ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਸ਼ਬਦ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਐਥੈ ਤੂੰ ਹੈ ਆਗੇ ਆਪੇ, ਜੀ ਜੰਤਰ ਸਭ ਤੇਰੇ ਥਾਪੇ। ਤੁਧ ਬਿਨ ਅਵਰ ਨਾ ਕੋਈ ਕਰਤੇ, ਮੈਂ ਧਰ ਓਟ ਤੁਮਾਰੀ ਜਿਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਮਾਝ ਰਾਗ ਦੇ ਵਿੱਚ ਜੋ ਆਪ ਜੀ ਨੇ ਸਰਵਨ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 107 ਔਰ 8 ਦੇ ਉੱਪਰ ਸੁਭਾਏਮਾਨ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ। ਅਕਾਲ ਪੁਰਖ ਪਰਮੇਸ਼ਵਰ ਜਿਹਦੇ ਰਾਹੀਂ ਇਹ ਸੰਸਾਰ ਦੀ ਰਚਨਾ ਹੋਈ ਹੈ, ਨਿਰੰਕਾਰ ਨੇ ਸੈਭੰ ਸਵਯੰ ਨੂੰ ਦੋ ਹਿੱਸਿਆਂ ਦੇ ਵਿੱਚ ਕਰਦਿਆਂ ਹੋਇਆਂ ਇਸ ਸੰਸਾਰ ਦਾ ਰੂਪ ਬਣਾਇਆ ਹੈ। ਔਰ ਜਿਹੜਾ ਸੰਸਾਰ ਦਾ ਰੂਪ ਬਣਾਇਆ ਉਹਨੂੰ ਕੁਦਰਤ ਕਹਿੰਦੇ ਨੇ। ਔਰ ਕਾਦਰ ਕੁਦਰਤ ਦੇ ਵਿੱਚ ਆਪ ਵਰਤ ਰਿਹਾ ਹੈ। ਆਪ ਹੀ ਵਰਤ ਕੇ ਸਭਨਾਂ ਦਾ ਨਿਬੇੜਾ ਕਰ ਰਿਹਾ ਹੈ। ਆਪ ਹੀ ਵਰਤ ਕੇ ਸਭਨਾਂ ਉੱਪਰ ਆਪਣੀ ਨਜ਼ਰ ਰੱਖ ਰਿਹਾ ਹੈ। ਆਪ ਹੀ ਸਭਨਾਂ ਦੇ ਵਿੱਚ ਵਰਤ ਕੇ ਸਿੱਧੇ ਮਾਰਗ ਤੇ ਪਾ ਰਿਹਾ ਹੈ। ਸਾਡੀ ਜ਼ਿੰਦਗੀ ਦੇ ਇਸ ਸਮੇਂ ਨੂੰ ਸਫਲ ਕਰਨ ਵਾਸਤੇ ਗੁਰੂ ਸਾਹਿਬ ਜੀ ਦਾ ਮਿਲਾਪ ਦੇ ਕੇ ਗੁਰਬਾਣੀ ਦੇ ਰਾਹੀਂ ਸਾਨੂੰ ਸਮਝਾ ਵੀ ਵਾਹਿਗੁਰੂ ਜੀ ਆਪ ਰਹੇ ਨੇ ਕਿ ਹੇ ਇਨਸਾਨ, ਹੇ ਮਨੁੱਖ, ਇਸ ਕੁਦਰਤ ਵਿੱਚ ਤੇਰੀ ਰਚਨਾ ਸਭ ਤੋਂ ਉੱਪਰ ਹੈ। ਤੇਰਾ ਇਹ ਮਨੁੱਖਾ ਜਨਮ ਦੀ ਅਵਸਥਾ ਇਹ ਸਭ ਤੋਂ ਉੱਚੀ ਹੈ। ਪਰ ਅਫਸੋਸ ਕਿ ਜਿੰਨਾ ਮਹਾਨ, ਜਿੰਨੀ ਉੱਚੀ ਅਵਸਥਾ ਦਾ ਤੈਨੂੰ ਬਣਾ ਕੇ ਇਹ ਮਨੁੱਖਾ ਦੇਹੀ ਦਿੱਤੀ, ਤੇਰੇ ਵਿੱਚ ਓਨੀ ਹੀ ਜ਼ਿਆਦਾ ਗਿਰਾਵਟ ਆ ਗਈ। ਤੂੰ ਇੱਕ ਕਦਮ ਤੇ ਆਪਣਾ ਜੀਵਨ ਸਫਲਾ ਕਰ ਸਕਦਾ ਸੀ, ਪਰ ਇਸ ਮਾਇਆ ਦੇ ਮੋਹ ਦੇ ਪ੍ਰਭਾਵ ਹੇਠ ਆ ਕੇ ਤੂੰ ਕਈ ਕੋ
ਕਈ ਹਜ਼ਾਰਾਂ ਕਦਮ ਪਿਛਾਂਹ ਨੂੰ ਚਲਾ ਗਿਆ, ਜਿਸ ਕਰਕੇ ਇਹ ਵਡਮੁੱਲਾ ਜਨਮ ਤੇਰਾ ਬੇਅਰਥ ਹੀ ਜਾ ਰਿਹਾ ਹੈ। ਦਿਨ ਵੀ ਅਜਾਈਂ ਲੰਘ ਜਾਂਦਾ ਹੈ, ਰਾਤ ਵੀ ਅਜਾਈਂ ਲੰਘ ਜਾਂਦੀ ਹੈ। ਤੇ ਗੱਲ ਕੇਵਲ ਦਿਨ ਤੇ ਰਾਤ ਦੀ ਨਹੀਂ, ਇਸ ਦਿਨ ਰਾਤ ਵਿੱਚ ਮਿਲੇ ਹੋਏ ਜਿਹੜੇ ਸਾਨੂੰ ਸਵਾਸ ਨੇ ਉਹ ਸਾਡੇ ਅਜਾਈਂ ਚਲੇ ਜਾਂਦੇ ਆ। ਤੇ ਜਦੋਂ ਇਹ ਸਵਾਸਾਂ ਦੀ ਲੜੀ ਮੁੱਕ ਗਈ ਤੇ ਫਿਰ ਅਸੀਂ ਭਾਵੇਂ ਸਾਰੀ ਦੁਨੀਆ ਦੀ ਦੌਲਤ, ਇੱਕ ਮੁਲਕ ਦੀ ਨਹੀਂ, ਜਿੰਨੇ ਵੀ ਇਸ ਧਰਤੀ ਤੇ ਮੁਲਕ ਨੇ ਸਾਰੇ ਮੁਲਕਾਂ ਦੀ ਦੌਲਤ ਵੀ ਇਕੱਠੀ ਕਰਕੇ ਅੱਗੇ ਰੱਖ ਦਿਆਂਗੇ ਤਾਂ ਵੀ ਅਸੀਂ ਇੱਕ ਸਵਾਸ ਮੁੱਲ ਨਹੀਂ ਖਰੀਦ ਸਕਦੇ। ਪਰ ਨਾ ਸਮਝ ਹੋਣ ਕਰਕੇ ਇਨਸਾਨ ਦਿਨ ਰਾਤ ਆਪਣੀ ਜ਼ਿੰਦਗੀ ਦੇ ਸਵਾਸ ਅਜਾਈਂ ਹੀ ਗਵਾ ਰਿਹਾ ਹੈ। ਇਸੇ ਲਈ ਮਹਾਰਾਜ ਨੇ ਆਖਿਆ ਸੀ, ਤੂੰ ਭੈੜੇ ਭੈੜੇ ਕੰਮਾਂ ਦੇ ਵਿੱਚ ਪਿਆ ਹੈ, ਤੇਰੀ ਜ਼ਿੰਦਗੀ ਦੀ ਰਾਤ ਲੰਘ ਚੱਲੀ ਹੈ ਪਰ ਤੈਨੂੰ ਹਜੇ ਤੱਕ ਫਿਕਰ ਨਹੀਂ ਪਿਆ, ਤੈਨੂੰ ਹਜੇ ਤੱਕ ਚਿੰਤਾ ਇਸ ਗੱਲ ਦੀ ਨਹੀਂ ਲੱਗੀ ਕਿ ਮੈਂ ਕੀ ਖੱਟਿਆ ਤੇ ਮੈਂ ਕੀ ਗਵਾਇਆ ਹੈ। ਇਹ ਤਾਂ ਜਦੋਂ ਸਾਡੀ ਜ਼ਿੰਦਗੀ ਦਾ ਨਿਬੇੜਾ ਹੋਣਾ ਫਿਰ ਪਤਾ ਲੱਗਣਾ ਵੀ ਕੀ ਖੱਟਿਆ ਤੇ ਕੀ ਗਵਾਇਆ। ਕਿਉਂਕਿ ਹੁਣ ਤਾਂ ਸਾਨੂੰ ਇਹ ਮਾਣ ਹੈ ਕਿ ਮੈਂ ਬਹੁਤ ਕੁਝ ਖੱਟ ਲਿਆ, ਪਰ ਜਿਹੜਾ ਅਸੀਂ ਕਹਿ ਰਹੇ ਹਾਂ ਵੀ ਅਸੀਂ ਬਹੁਤ ਕੁਝ ਹੁਣ ਤੱਕ ਖੱਟ ਲਿਆ, ਉਹ ਬਹਿਰੂਨੀ ਦੁਨੀਆ ਵਿੱਚ ਖੱਟਿਆ। ਇਹ ਬਾਹਰ ਦਾ ਜਿਹੜਾ ਸਾਡਾ ਜੀਵਨ ਹੈ ਇਹਦੇ 'ਚ ਕੋਈ ਸ਼ੱਕ ਨਹੀਂ, ਅਸੀਂ ਬੜਾ ਕੁਝ ਖੱਟ ਲਿਆ, ਬੜਾ ਕੁਝ ਇਕੱਠਾ ਕਰ ਲਿਆ, ਪਰ ਜਦੋਂ ਅਸੀਂ ਅੰਦਰੂਨੀ ਜੀਵਨ ਆਪਣਾ ਵੇਖਾਂਗੇ ਤੇ ਭਾਂਡਾ ਖਾਲੀ ਹੈ, ਅੰਦਰ ਹਜੇ ਖੱਟਿਆ ਨਹੀਂ ਕੁਝ। ਜਿਹੜੇ ਅੰਦਰ ਦੀ ਖੱਟੀ ਖੱਟ ਰਹੇ ਆ, ਮੁਬਾਰਕ ਹੈ। ਜਿਨ੍ਹਾਂ ਨੂੰ ਬਾਹਰ ਦਾ ਫਿਕਰ, ਬਾਹਰ ਦੀ ਚਿੰਤਾ ਨਹੀਂ, ਅੰਦਰ ਦੀ ਚਿੰਤਾ ਹੈ, ਅੰਦਰ ਦਾ ਫਿਕਰ ਹੈ ਵੀ ਕਿਤੇ ਜ਼ਿੰਦਗੀ ਦੀ ਰਾਤ ਮੁੱਕ ਨਾ ਜਾਏ। ਤੇ ਜਿਹੜਾ ਮੈਂ ਲਾਹਾ ਲੈਣ ਵਾਸਤੇ ਆਇਆ ਕਿਤੇ ਅਧੂਰਾ ਨਾ ਰਹਿ ਜਾਵਾਂ, ਉਹ ਫਿਰ ਉਸ ਮਾਰਗ ਤੇ ਤੁਰਦੇ ਆਪਣਾ ਜਨਮ ਸਫਲਾ ਕਰਦੇ ਨੇ। ਇੱਕ ਉਹ ਨੇ ਜਿਨ੍ਹਾਂ ਨੂੰ ਨਾ ਕੁਦਰਤ ਵਿੱਚ ਪਰਮੇਸ਼ਵਰ ਮਹਿਸੂਸ ਹੋਇਆ ਤੇ ਨਾ ਹੀ ਆਪਣੇ ਅੰਦਰ ਅਕਾਲ ਪੁਰਖ ਵਾਹਿਗੁਰੂ ਮਹਿਸੂਸ ਹੋਇਆ। ਇੱਕ ਉਹ ਨੇ ਜਿਨ੍ਹਾਂ ਨੂੰ ਹਰ ਕਦਮ ਤੇ ਉਹ ਮਹਿਸੂਸ ਹੁੰਦਾ ਹੈ, ਹਰ ਕਦਮ ਤੇ ਹਰ ਦਿਸ਼ਾ ਦੇ ਵਿੱਚ ਜਿਸ ਪਾਸੇ ਨੂੰ ਵੀ ਉਹ ਮੁੱਖ ਕਰਕੇ ਚੱਲਦੇ ਆ, ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਮੇਰੇ ਨਾਲ ਬਾਹਰੀ ਤੌਰ ਤੇ ਵੀ ਵਰਤ ਰਿਹਾ ਹੈ ਔਰ ਅੰਦਰੂਨੀ ਤਲ ਤੇ ਵੀ ਉਹ ਮੇਰੇ ਨਾਲ ਵਰਤ ਰਿਹਾ ਹੈ। ਉਹ ਦੋਵਾਂ ਥਾਵਾਂ ਤੇ ਹੈ, ਉਹ ਦਿਲ ਵਿੱਚ ਵੀ ਹੈ ਤੇ ਉਹ ਦਿਮਾਗ ਵਿੱਚ ਵੀ ਹੈ, ਉਹ ਲੋਕ ਵਿੱਚ ਵੀ ਹੈ ਤੇ ਉਹ ਪਰਲੋਕ ਵਿੱਚ ਵੀ ਹੈ। ਉਹ ਸਭਨਾਂ ਦੇ ਘਟਾਂ, ਸਭਨਾਂ ਦੇ ਹਿਰਦਿਆਂ ਦੇ ਵਿੱਚ ਵੀ ਹੈ। ਔਰ ਇਹ ਨਹੀਂ ਕਿ ਵੱਖ-ਵੱਖ, ਇੱਕ ਹੀ ਹੈ ਜੋ ਸਭਨਾਂ ਵਿੱਚ ਵਰਤ ਰਿਹਾ ਹੈ। ਉਹ ਇੱਕ ਹੋ ਕੇ ਵੀ ਅਨੇਕ ਦੇ ਰੂਪ ਵਿੱਚ ਹੈ ਔਰ ਅਨੇਕ ਰੂਪ ਵਿੱਚ ਹੋ ਕੇ ਵੀ ਉਹ ਆਪਣੇ ਆਪੇ ਵਿੱਚ ਇੱਕ ਦਾ ਇੱਕ ਹੀ ਹੈ। ਏਕ ਹੈ, ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਉਹ ਇੱਕ ਹੋ ਕੇ ਅਨੇਕ ਤੇ ਅਨੇਕ ਵਿੱਚ ਵਿਚਰ ਕੇ ਫਿਰ ਉਹ ਇੱਕ ਦਾ ਇੱਕ ਹੈ। ਗੁਰਬਾਣੀ ਪੜ੍ਹਨ ਦਾ ਮਤਲਬ ਸੀ ਕਿ ਇਹ ਅਹਿਸਾਸ ਸਾਨੂੰ ਹੁੰਦਾ। ਗੁਰਬਾਣੀ ਪੜ੍ਹਨ, ਸੁਣਨ ਜਾਂ ਨਾਮ ਦੇ ਅਭਿਆਸੀਆਂ ਦਾ ਮਤਲਬ ਸੀ ਕਿ ਸਾਡਾ ਅਭਿਆਸ ਇਸ ਅਵਸਥਾ 'ਚ ਹੋਵੇ ਕਿ ਅਸੀਂ ਉਹਨੂੰ ਮਹਿਸੂਸ ਕਰ ਸਕੀਏ। ਪਰ ਅਫਸੋਸ
ਬਹੁਤਾਤ ਵਿੱਚ ਦੇਖੀਦਾ ਅਸੀਂ ਬਾਣੀ ਦਾ ਅਭਿਆਸ ਬਹੁਤ ਕਰ ਰਹੇ ਹਾਂ, ਬਹੁਤ, ਪਰ ਹਜੇ ਤਾਂ ਸਾਨੂੰ ਇਹ ਨਹੀਂ ਪਤਾ ਲੱਗਾ ਕਿ 10 ਪਾਤਸ਼ਾਹੀਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ। ਹਜੇ ਤੇ ਅਸੀਂ ਉਹ ਪ੍ਰਕਾਸ਼ ਰੂਪ ਜੋਤ ਰੂਪ ਨੂੰ ਹੀ ਮਹਿਸੂਸ ਨਹੀਂ ਕਰ ਪਾਏ, ਤੇ ਬਾਣੀ ਦਾ ਅਭਿਆਸ ਕਰਕੇ ਨਿਰੰਕਾਰ ਨੂੰ ਮਹਿਸੂਸ ਕਿੱਥੋਂ ਕਰ ਲਾਂਗੇ। ਪਹਿਲੇ ਤੇ ਉਹਨੂੰ ਮਹਿਸੂਸ ਕਰੀਏ ਨਾ ਜਿਹਦੀ ਬਾਣੀ ਪੜ੍ਹ ਰਹੇ ਹਾਂ, ਜਿਹਦੀ ਬਾਣੀ ਸੁਣ ਰਹੇ ਹਾਂ। ਤੇ ਹਜੇ ਉਹ ਮਹਿਸੂਸ ਨਹੀਂ ਹੋਇਆ ਤੇ ਨਿਰੰਕਾਰ ਮਹਿਸੂਸ ਕਿੱਥੇ ਹੋ ਜਾਏਗਾ। ਕਿਤੇ ਸਾਡੀ ਜ਼ਿੰਦਗੀ ਬਾਹਰ ਦਾ ਰਟਨ ਕਰਦਿਆਂ ਹੀ ਗੁਜ਼ਰ ਨਾ ਜਾਏ, ਕਿਤੇ ਸਾਡਾ ਜੀਵਨ ਪੜ੍ਹਿਆ ਸੁਣਿਆ ਤੱਕ ਸੀਮਤ ਨਾ ਰਹਿ ਜਾਏ। ਜੇ ਅੰਦਰ ਸਹਿਜ ਨਾ ਬਣਿਆ ਤਾਂ ਕਿਤੇ ਬਾਹਰ ਦੀ ਰੋਸ਼ਨੀ, ਬਾਹਰ ਦਾ ਦੀਵਾ ਹੀ ਜਗਾਉਂਦੇ ਨਾ ਰਹਿ ਜਾਈਏ। ਅੰਦਰ ਦਾ ਦੀਵਾ ਜਗਾਉਣਾ, ਅੰਦਰ ਚਾਨਣ ਚਾਹੀਦਾ ਹੈ, ਅੰਦਰ ਗਿਆਨ ਦੀ ਰੋਸ਼ਨੀ ਚਾਹੀਦੀ ਹੈ, ਅੰਧਿਆਰਾ ਦੀਪਕ ਚਾਹੀਏ। ਬਾਹਰ ਤੇ ਆਪਾਂ ਦੀਵਾ ਨਾ ਵੀ ਜਗਾਵਾਂਗੇ ਤੇ ਸੂਰਜ ਦੀ ਰੋਸ਼ਨੀ ਬਥੇਰੀ ਹੈ। ਹੁਣ ਤੇ ਅਸੀਂ ਤਰੱਕੀਆਂ ਵੀ ਇੰਨੀਆਂ ਕਰ ਲਈਆਂ ਨੇ ਕਿ ਸੂਰਜ ਰਾਹੀਂ ਵੀ ਅਸੀਂ ਬਿਜਲੀ ਜਿਹੜੀ ਆ ਬਣਾ ਕੇ ਤੇ ਅਸੀਂ ਆਪਣੇ ਘਰਾਂ 'ਚ ਚਾਨਣ ਕਰ ਸਕਦੇ ਹਾਂ ਸੋਲਰ ਦੇ ਰਾਹੀਂ। ਪਰ ਅਸੀਂ ਸੂਰਜ ਦੀ ਰੋਸ਼ਨੀ ਨੂੰ ਇਕੱਠਾ ਕਰਕੇ ਆਪਣੇ ਅੰਦਰ ਚਾਨਣ ਨਹੀਂ ਕਰ ਸਕਦੇ। ਅਸੀਂ ਆਪਣੇ ਘਰਾਂ ਨੂੰ ਰੋਸ਼ਨ ਕਰ ਸਕਦੇ ਹਾਂ, ਪਰ ਆਹ ਘਰ ਨਹੀਂ ਅੰਦਰੋਂ ਰੋਸ਼ਨ ਹੋ ਸਕਦਾ। ਇਹ ਤਾਂ ਹੋਏਗਾ ਜੇ ਗੁਰਬਾਣੀ ਦਾ ਅਭਿਆਸ ਇਹ ਸੋਚ ਕੇ ਕੀਤਾ ਜਾਏ ਕਿ ਅੰਧਿਆਰਾ ਦੀਪਕ ਚਾਹੀਏ। ਇਹ ਗਿਆਨ ਦਾ ਦੀਵਾ ਅੰਦਰ ਬਾਲਣ ਦੀ ਲੋੜ ਹੈ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਹੁਣ ਜਿਹਨੂੰ ਸਮਝ ਆ ਗਈ, ਜਿਹਦਾ ਅਭਿਆਸ ਕੀਤਾ ਸਫਲ ਹੋ ਗਿਆ, ਜਿਹਨੇ ਅਭਿਆਸ ਕਰਕੇ ਮਹਿਸੂਸ ਕੀਤਾ ਉਹਦੀ ਅਵਸਥਾ ਕੀ ਹੈ। ਇੱਥੇ ਉਹ ਤੂੰ ਹੈ ਆਗੇ ਆਪੇ। ਇੱਥੇ ਆਲੋਕ ਦੇ ਵਿੱਚ ਜਿੱਥੇ ਮੈਂ ਵਿਚਰ ਰਿਹਾ, ਇੱਥੇ ਤੂੰ ਹੈ, ਤੂੰ ਹੀ ਹੈ ਇੱਥੇ। ਔਰ ਅੱਗੇ ਜਿਹੜਾ ਹੈ ਪਰਲੋਕ ਜਿਹੜਾ ਹੈ ਉੱਥੇ ਵੀ ਤੂੰ ਆਪ ਹੀ ਹੈ। ਜਿੱਥੇ ਮੈਂ ਪਹੁੰਚਣਾ ਚਾਹੁੰਦਾ ਉੱਥੇ ਵੀ ਤੂੰ ਆਪ ਹੈ। ਸਾਡਾ ਜੀਵਨ ਦੋ ਤਲ ਤੇ ਹੈ, ਇੱਕ ਆਤਮਕ ਤਲ ਤੇ ਇੱਕ ਸਰੀਰਕ ਤਲ ਤੇ। ਸਰੀਰਕ ਤਲ ਬਹਿਰੂਨੀ ਹੈ, ਆਧਿਆਤਮਕ ਤਲ ਅੰਦਰੂਨੀ ਹੈ। ਤੂੰ ਘਰ ਦੇ ਅੰਦਰ ਵੀ ਆਪ ਹੀ ਵਰਤ ਰਿਹਾ ਤੇ ਘਰ ਦੇ ਬਾਹਰ ਵੀ ਤੁਸੀਂ ਆਪ ਹੀ ਵਰਤ ਰਹੇ ਹੋ। ਬਾਹਰ ਜਦੋਂ ਮੈਂ ਅੱਖ ਖੋਲਾਂ ਤਾਂ ਤੂੰ ਹੈ, ਅੱਖ ਬੰਦ ਕਰਕੇ ਅੰਦਰ ਵੇਖਾਂ ਤੇ ਅੰਦਰ ਵੀ ਤੂੰ ਹੈ। ਪਰ ਇਹ ਸਾਰਿਆਂ ਦੀ ਅਵਸਥਾ ਨਹੀਂ ਹੈ, ਇਹ ਵਿਰਲੇ ਵਿਰਲੇ ਨੇ ਜਿਹੜੇ ਇਸ ਅਵਸਥਾ ਤੱਕ ਪਹੁੰਚਦੇ ਆ। ਇਹ ਵੀ ਇੱਕ ਪੜ੍ਹਾਈ ਹੈ ਜਿਹਨੂੰ ਪੜ੍ਹ ਕੇ ਅਸੀਂ ਇਸ ਥਾਂ ਤੇ ਪਹੁੰਚਣਾ ਹੈ। ਪਰ ਜਿਵੇਂ ਜਿਵੇਂ ਇਹ ਗੁਰਬਾਣੀ ਦੀ ਪੜ੍ਹਾਈ ਅਸੀਂ ਕਰਦੇ ਜਾਣਾ, ਤਿਵੇਂ ਤਿਵੇਂ ਸਾਨੂੰ ਹੰਕਾਰ ਛੱਡਣਾ ਪੈਣਾ ਹੈ, ਸਾਨੂੰ ਹਉਮੈ ਦਾ ਤਿਆਗ ਕਰਨਾ ਪੈਣਾ ਹੈ, ਮੈਂ ਮੇਰੀ ਨੂੰ ਛੱਡਣਾ ਪੈਣਾ ਹੈ। ਇਹ ਤਾਂ ਕਾਮਯਾਬੀ ਮਿਲਣੀ ਹੈ। ਇਹ ਨਹੀਂ ਕਿ ਨਾਲ ਨਾਲ ਅਸੀਂ ਹਉਮੈ ਨੂੰ ਵੀ ਲੈ ਕੇ ਚੱਲ ਰਹੇ ਹਾਂ, ਹੰਕਾਰ ਨੂੰ ਵੀ ਲੈ ਕੇ ਚੱਲ ਰਹੇ ਹਾਂ, ਮੈਂ ਮੇਰੀ ਨੂੰ ਲੈ ਕੇ ਚੱਲ ਰਹੇ ਹਾਂ, ਤੇ ਫਿਰ ਅਸੀਂ ਜਿੰਨੇ ਕਦਮ ਚੱਲ ਰਹੇ ਹਾਂ ਉਨੇ ਕਦਮ ਅਸੀਂ ਪਿਛਾਂ ਨੂੰ ਵੀ ਆ ਰਹੇ ਹਾਂ। ਚੱਲ ਰਹੇ ਹਾਂ, ਪਿਛਾਂ ਆ ਰਹੇ ਹਾਂ, ਚੱਲ ਰਹੇ ਹਾਂ, ਫਿਰ ਪਿੱਛੇ ਮੁੜ ਰਹੇ ਹਾਂ। ਉੱਥੇ ਹੀ ਸਾਰੀ ਜ਼ਿੰਦਗੀ ਲੰਘ ਰਹੀ ਹੈ, ਅੱਗੇ ਤੇ ਵੱਧ ਨਹੀਂ ਰਹੇ। ਇਸ ਲਈ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਅਗਾਂਹ ਵੱਧ ਕੇ ਪਰਮੇਸ਼ਵਰ ਨੂੰ ਮਹਿਸੂਸ ਕੀਤਾ, ਇੱਥੇ ਆ ਜਿਹੜੀ ਜ਼ਿੰਦਗੀ ਹੁਣ ਅਸੀਂ ਜੀ ਰਹੇ ਹਾਂ, ਤੂੰ ਹੈ ਮੇਰੇ ਮਾਲਕਾ। ਆਗੇ ਜਿੱਥੇ ਜਾਣਾ ਹੈ ਆਪੇ ਉੱਥੇ ਵੀ ਤੂੰ ਆਪ ਹੈ। ਮੇਰੇ ਹੁਣ ਦਿਮਾਗ ਵਿੱਚ ਵੀ ਤੂੰ ਹੀ ਹੈ ਤੇ ਮੇਰੇ ਦਿਲ ਵਿੱਚ ਵੀ ਤੂੰ ਆਪ ਹੀ ਹੈ। ਜਿੱਥੇ ਮਾਇਆ ਵੀ ਪ੍ਰਭਾਵ ਪਿਆ ਹੈ, ਇਹ ਲੋਕ ਹੈ,
ਤੇ ਜਿੱਥੇ ਮਾਇਆਵੀ ਪ੍ਰਭਾਵ ਨਹੀਂ ਉਹ ਪਰਲੋਕ ਹੈ। ਸਾਡੇ ਦਿਮਾਗ ਉੱਤੇ ਮਾਇਆ ਦਾ ਅਸਰ ਹੈ, ਇਹ ਲੋਕ ਹੈ। ਸਾਡੇ ਦਿਲ ਤੇ ਮਾਇਆ ਦਾ ਅਸਰ ਨਹੀਂ ਹੈ, ਇਹ ਪਰਲੋਕ ਹੈ। ਜਾਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਨੇ, ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ। ਪ੍ਰਭ ਵੀ ਹੈ ਤੇ ਸਤਿਗੁਰ ਵੀ, ਕਿਉਂਕਿ ਹੈ ਤਾਂ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ। ਲੋਕ ਵਿੱਚ ਸਤਿਗੁਰੂ ਦੇ ਰੂਪ ਵਿੱਚ ਤੂੰ ਹੈ ਤੇ ਪਰਲੋਕ ਵਿੱਚ ਪ੍ਰਭੂ ਦੇ ਰੂਪ ਵਿੱਚ ਤੂੰ ਹੈ। ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ। ਹੇ ਪ੍ਰਭੂ ਤੂੰ ਸਤਿਗੁਰੂ ਦੇ ਰੂਪ ਵਿੱਚ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਕਿਉਂਕਿ ਸਤਿਗੁਰੂ ਹੀ ਪਰਮੇਸ਼ਵਰ ਹੈ ਤੇ ਪਰਮੇਸ਼ਵਰ ਨਹੀਂ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਸਤਿਗੁਰੂ ਦਾ ਰੂਪ ਲਿਆ ਹੈ। ਇੱਕ ਪਾਸੇ ਮਹਾਰਾਜ ਕਹਿੰਦੇ ਇੱਥੇ ਉੱਥੇ ਰਖਵਾਲਾ, ਔਰ ਇੱਕ ਪਾਸੇ ਕਹਿੰਦੇ ਇੱਥੇ ਉੱਥੇ ਤੂੰ ਹੀ ਰਖਵਾਲਾ। ਇਹ ਦੋਵੇਂ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਨੇ। ਇੱਥੇ ਉੱਥੇ ਰਖਵਾਲਾ, ਇੱਥੇ ਉੱਥੇ ਤੂੰ ਹੀ ਰਖਵਾਲਾ। ਮਾਤ ਗਰਭ ਮੈਂ ਆਪ ਹੀ ਪਾਲਾ। ਮਾਤਾ ਦੇ ਗਰਭ ਵਿੱਚ ਵੀ ਤੂੰ ਆਪ ਹੀ ਪਾਲਣਾ ਕਰਨ ਵਾਲਾ ਹੈ ਤੇ ਬਾਹਰ ਵੀ ਤੂੰ ਹੀ ਪਾਲਣ ਵਾਲਾ ਹੈ। ਮਾਤਾ ਦੇ ਗਰਭ ਦੇ ਵਿੱਚ ਆਪਣੇ ਨਾਮ ਦਾ ਆਸਰਾ ਦੇਣ ਵਾਲਾ ਵੀ ਤੂੰ ਆਪ ਹੈ ਤੇ ਜਦੋਂ ਅੱਖਾਂ ਖੁੱਲੀਆਂ ਤੇ ਬਹਿਰੂਨੀ ਜੀਵਨ ਵਿੱਚ ਵੀ ਬਾਹਰੋਂ ਵੀ ਨਾਮ ਦਾ ਆਸਰਾ ਦੇਣ ਵਾਲਾ ਵੀ ਤੂੰ ਆਪ ਹੈ। ਹੁਣ ਜਿਹਨੂੰ ਇਹ ਸੋਝੀ ਆ ਗਈ ਉਹ ਤੇ ਕਦੇ ਗੁੰਮਰਾਹ ਨਹੀਂ ਹੁੰਦਾ, ਕਦੇ ਭਟਕਦਾ ਨਹੀਂ, ਕਦੇ ਕਿਸੇ ਦੀਆਂ ਗੱਲਾਂ ਦੇ ਮਗਰ ਨਹੀਂ ਲੱਗਦਾ। ਪਰ ਜਿਹਨੂੰ ਸਮਝ ਨਹੀਂ ਹੈ ਉਹਨੂੰ ਕੋਈ ਵੀ ਆਪਣੇ ਮਗਰ ਲਾ ਕੇ ਲੈ ਜਾਏ। ਉਹਦੇ ਕੋਲੋਂ ਜਿਹੜਾ, ਕਿਉਂਕਿ ਜਿਹਦੇ ਅੰਦਰ ਵਹਿਮ ਆ ਗਿਆ ਨਾ, ਵਹਿਮ, ਉਹਦੇ ਕੋਲੋਂ ਤੁਸੀਂ ਜਿਹੜਾ ਮਰਜ਼ੀ ਕਰਮ ਕਰਵਾ ਲਓ ਉਹ ਕਰਨ ਨੂੰ ਤਿਆਰ ਹੈ, ਕਿਉਂਕਿ ਵਹਿਮੀ ਬੰਦੇ ਨੂੰ ਜੋ ਕਹਿ ਦੋਗੇ ਉਹ ਮੰਨ ਲਏਗਾ। ਉਹਨੂੰ ਜਿੱਦਾਂ ਤੁਸੀਂ ਕਹੋਗੇ ਉਸ ਪਾਸੇ ਨੂੰ ਉਹ ਤੁਰ ਪਏਗਾ। ਉਹ ਹਰ ਫੋਕਟ ਕਰਮ ਕਰਨ ਲਈ ਤਿਆਰ ਹੋ ਜਾਏਗਾ, ਕਿਉਂਕਿ ਉਹਨੂੰ ਸੋਝੀ ਨਹੀਂ ਹੈ, ਉਹਨੂੰ ਸਮਝ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦੀ ਯਾਤਰਾ ਕੇਵਲ ਇੱਕ ਓਅੰਕਾਰ ਨੂੰ ਸਮਝਾਉਣ ਵਾਸਤੇ ਸੀ। ਔਰ ਕੇਵਲ ਇਹ ਨਹੀਂ ਕਿ ਗੁਰਸਿੱਖਾਂ ਨੂੰ ਹੀ ਮਹਾਰਾਜ ਨੇ ਇੱਕ ਓਅੰਕਾਰ ਦੀ ਪਰਿਭਾਸ਼ਾ, ਇੱਕ ਓਅੰਕਾਰ ਦੀ ਡੈਫੀਨੇਸ਼ਨ ਸਮਝਾਈ ਹੈ। ਨਹੀਂ, ਗੁਰੂ ਸਾਹਿਬ ਨੇ ਸਨਾਤਨੀਆਂ ਨੂੰ ਵੀ ਸਮਝਾਈ ਹੈ। ਗੁਰੂ ਸਾਹਿਬ ਮਹਾਰਾਜ ਨੇ ਇਸਲਾਮ ਧਰਮ ਦੇ ਲੋਕਾਂ ਨੂੰ ਵੀ ਸਮਝਾਈ ਹੈ। ਗੁਰੂ ਸਾਹਿਬ ਮਹਾਰਾਜ ਨੇ ਹਰ ਵਰਗ, ਹਰ ਧਰਮ ਦੇ ਪ੍ਰਾਣੀਆਂ ਨੂੰ ਇਹ ਗੱਲ ਸਮਝਾਈ ਹੈ। ਰਿਸ਼ੀ ਮੁਨੀ ਵੀ ਮਿਲੇ ਆ, ਜੋਗੀ ਵੀ ਮਿਲੇ ਨੇ, ਸੰਨਿਆਸੀ ਵੀ ਮਿਲੇ ਨੇ, ਆਪਣੇ ਆਪ ਨੂੰ ਤਪਸਵੀ ਕਹਾਉਣ ਵਾਲੇ ਵੀ ਮਿਲੇ ਨੇ। ਗੁਰੂ ਸਾਹਿਬ ਮਹਾਰਾਜ ਜੀ ਨੇ ਹਰ ਇੱਕ ਨੂੰ ਇੱਕੋ ਗੱਲ ਸਮਝਾਈ ਹੈ, ਇੱਕ ਓਅੰਕਾਰ ਬਾਰੇ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 6 ਗੁਰੂ ਸਾਹਿਬਾਨ, 15 ਭਗਤ ਔਰ 11 ਭੱਟ ਸਾਹਿਬਾਨ ਤੇ ਗੁਰੂ ਕੇ ਸਿੱਖ ਜਿਹੜੇ ਆ ਉਹ ਇੱਕ ਅਕਾਲ ਪੁਰਖ ਦੀ ਹੋਈ ਸੋਝੀ ਦਿੰਦੇ ਆ। ਦੂਜੀ ਗੱਲ ਹੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਕੇਵਲ ਇੱਕ ਨੂੰ ਸਮਝਾਉਣ ਵਾਸਤੇ ਅਨੰਤ ਉਦਾਹਰਨਾਂ ਦਿੱਤੀਆਂ ਨੇ, ਅਨੰਤ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਗਿਆ, ਪਰ ਸਮਝਾਇਆ ਇੱਕ ਓਅੰਕਾਰ ਬਾਰੇ ਹੀ ਹੈ। ਜਿੰਨੀ ਬਾਣੀ ਦਾ ਅਭਿਆਸ ਅਸੀਂ ਕਰ ਲਈਏ ਥੋੜਾ ਹੈ, ਤੇ ਜਿੰਨਾ ਅਭਿਆਸ ਕਰਾਂਗੇ ਉਹਦੇ ਪਿੱਛੇ ਮਕਸਦ ਇੱਕ ਓਅੰਕਾਰ ਦਾ ਹੀ ਹੈ। ਪੂਰਾ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਇੱਕ ਓਅੰਕਾਰ ਨੂੰ ਸਮਝਣ ਲਈ। ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਹਿਜ ਪਾਠ ਕਰਨਾ ਹੈ ਇੱਕ ਓਅੰਕਾਰ ਨੂੰ ਸਮਝਣ ਲਈ। ਵੀ ਮੈਂ ਕਿੱਥੇ ਦੂਜੇ ਤੀਜੇ ਕੋਲ ਤੁਰਿਆ ਫਿਰਦਾ, ਪਰ ਮੈਨੂੰ ਜੁੜਨਾ ਤੇ ਇੱਕ ਨਾਲ ਚਾਹੀਦਾ ਸੀ। ਇਸ ਲਈ ਮਹਾਰਾਜ ਜੀ ਕਹਿੰਦੇ ਆ ਵੀ ਮਾਤਾ ਦੇ ਗਰਭ ਵਿੱਚ ਵੀ ਪਾਲਣ ਵਾਲਾ ਤੂੰ ਆਪ ਹੈ, ਔਰ ਮਾਤਾ ਦੇ ਗਰਭ ਤੋਂ ਬਾਹਰ ਇਸ ਸੰਸਾਰ ਦੇ ਵਿੱਚ ਵੀ
ਪਾਲਣ ਵਾਲਾ ਤੂੰ ਆਪ ਹੈ। ਹਾਲਾਂਕਿ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਕਿ ਜਨਮ ਵੇਲੇ ਬੱਚੇ ਨੂੰ ਮਾਂ ਦੇ ਰਾਹੀਂ ਖੁਰਾਕ ਬੜੀ ਜ਼ਰੂਰੀ ਹੈ। ਅਸੀਂ ਕਹਿੰਦੇ ਹਾਂ ਬਿਨ ਮਾਂ ਦਾ ਬੱਚਾ ਕਿਵੇਂ ਪਲੇਗਾ, ਕਿਉਂਕਿ ਇਹਨੂੰ ਖੁਰਾਕ ਦੀ ਲੋੜ ਹੈ, ਮਾਂ ਤੋਂ ਬਿਨਾਂ ਪਲ ਨਹੀਂ ਸਕਦਾ। ਪਰ ਬਹੁਤ ਐਸੇ ਬੱਚੇ ਨੇ ਜਿਨ੍ਹਾਂ ਨੂੰ ਦਾ ਜਨਮ ਹੋਇਆ ਤੇ ਜਨਮ ਹੁੰਦਿਆਂ ਹੀ ਮਾਂ ਸਰੀਰ ਛੱਡ ਗਈ। ਉਹਨੇ ਅਜੇ ਅੱਖਾਂ ਖੋਲੀਆਂ ਹੀ ਨੇ ਤੇ ਇੱਧਰੋਂ ਮਾਂ ਦੀਆਂ ਅੱਖਾਂ ਬੰਦ ਹੋ ਗਈਆਂ। ਉਹ ਵੀ ਤੇ ਪਲਿਆ ਹੀ ਹੈ ਨਾ, ਉਹਨੂੰ ਵੀ ਤੇ ਪਾਲਿਆ ਹੈ, ਪਲਿਆ ਹੈ ਬਚਪਨ ਤੋਂ ਜੋਬਨ, ਜੋਬਨ ਤੋਂ ਬੁਢੇਪੇ ਤੱਕ ਉਹ ਵੀ ਤੇ ਪਲਿਆ। ਉਹਨੂੰ ਕਿਹਨੇ ਪਾਲਿਆ? ਉਹਦਾ ਉਸ ਵੇਲੇ ਪੇਟ ਕਿਹਨੇ ਭਰਿਆ ਜਦੋਂ ਕਿ ਉਹਨੂੰ ਮਾਂ ਰਾਹੀਂ ਖੁਰਾਕ ਚਾਹੀਦੀ ਸੀ, ਪਰ ਮਾਂ ਤੇ ਤੁਰ ਗਈ ਹੈ। ਪਰ ਫਿਰ ਵੀ ਉਹਨੇ ਉਹਦੀ ਸੰਭਾਲ ਕੀਤੀ। ਉਹਨੂੰ ਪਤਾ ਸੀ ਵੀ ਇਹਨੂੰ ਪਾਲਣਾ ਕਿਵੇਂ ਹੈ। ਉਹ ਪਾਲਣਹਾਰ ਹੈ। ਉਹ ਹਰ ਵੇਲੇ ਸਾਡੀ ਪਾਲਣਾ ਹਰ ਕਦਮ ਤੇ ਕਰ ਰਿਹਾ ਹੈ, ਪਰ ਉਹ ਜਤਾਉਂਦਾ ਨਹੀਂ ਹੈ। ਅਸੀਂ ਤਾਂ 2 ਦਿਨ ਕਿਸੇ ਦੀ ਮਦਦ ਕਰ ਦਈਏ, ਤੀਜੇ ਦਿਨ ਅਸੀਂ ਰੋਲਾ ਪਾਉਂਦੇ ਹਾਂ, ਦੁਨੀਆ ਨੂੰ ਦੱਸਦੇ ਹਾਂ ਤਾਂ ਕਿ ਪਤਾ ਲੱਗ ਜਾਏ ਵੀ ਇਹਦੀ ਪਾਲਣਾ ਮੈਂ ਕੀਤੀ ਹੈ, ਇਹਦੀ ਸੰਭਾਲ ਮੈਂ ਕਰਦਾ। ਜੇ ਮੈਂ ਨਾ ਹੁੰਦਾ ਤੇ ਇਹਦਾ ਕੀ ਬਣਦਾ? ਅਕਸਰ ਅਸੀਂ ਹਉਮੈ ਦੀ ਬੋਲੀ ਵਿੱਚ ਇਹ ਬੋਲ ਜਾਂਦੇ ਹਾਂ, ਜੇ ਮੈਂ ਨਾ ਹੁੰਦਾ ਤੇ ਇਹਦਾ ਕੀ ਬਣਨਾ ਸੀ। ਇਹ ਤਾਂ ਸ਼ੁਕਰ ਕਰੋ ਵੀ ਮੈਂ ਇਹਨੂੰ ਪਾਲ ਲਿਆ, ਮੈਂ ਇਹਨੂੰ ਸੰਭਾਲਿਆ, ਤੇ ਹੁਣ ਉਹ ਜਿਹੜੀ ਮੈਂ ਉਹਨੇ ਰੱਬ ਤੋਂ ਵੀ ਵੱਡਾ ਕਰਤਾ। ਜਿਹੜੀ ਸਾਡੀ ਮੈਂ, ਇਸ ਮੈਂ ਨੇ ਸਾਨੂੰ ਰੱਬ ਤੋਂ ਵੀ ਵੱਡਾ ਕਰ ਦਿੱਤਾ, ਜਦ ਕਿ ਪਾਲਣਹਾਰ ਇੱਕੋ ਹੀ ਹੈ। ਜੇ ਦੁਨਿਆਵੀ ਮਾਂ-ਬਾਪ ਨਹੀਂ ਮਿਲੇ ਤਾਂ ਫਿਰ ਮਾਲਕ ਨੇ ਆਖਿਆ ਚਿੰਤਾ ਨਾ ਕਰ, ਮੈਂ ਤੇਰਾ ਮਾਈ ਬਾਪ ਹਾਂ। ਜੇ ਤੈਨੂੰ ਦੁਨੀਆ ਦੇ ਵਿੱਚ ਮਾਤਾ ਪਿਤਾ ਦਾ ਸਹਾਰਾ ਨਹੀਂ ਨਾ ਮਿਲਿਆ ਤੇ ਫਿਰ ਫਿਕਰ ਨਾ ਕਰੀ। ਹਰ ਜੀ ਮਾਤਾ ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰਕ। ਕਈ ਮਾਂ-ਬਾਪ ਇਦਾਂ ਦੇ ਵੀ ਨੇ ਕਿ ਬੱਚੇ ਦਾ ਜਨਮ ਹੋਇਆ ਤੇ ਕਿਸੇ ਕੂੜੇ ਵਿੱਚ ਸੁੱਟ ਗਏ। ਕਈ ਮਾਂ-ਬਾਪ ਐਸੇ ਵੀ ਨੇ ਕਿ ਕਿਸੇ ਇਕਾਂਤ ਜਗ੍ਹਾ ਤੇ, ਕਿਸੇ ਅਨਾਥ ਆਸ਼ਰਮ ਦੇ ਵਿੱਚ, ਕਿਸੇ ਧਰਮ ਆਸਰੇ ਛੱਡ ਗਏ, ਪਰ ਪਲੇ ਤਾਂ ਉਹ ਵੀ ਨੇ। ਪਾਲਣਾ ਤੇ ਉਹਨਾਂ ਦੀ ਵੀ ਹੋ ਗਈ। ਮਾਰਨ ਵਾਲੇ ਨੇ ਕੋਸ਼ਿਸ਼ ਬੜੀ ਕੀਤੀ, ਪਰ ਬਚਾਉਣ ਵਾਲੇ ਨੇ ਉਹਨੂੰ ਬਚਾ ਲਿਆ। ਮਾਰੈ ਰਾਖੈ ਇੱਕੋ ਆਪ ਮਾਨਕ ਕਹਿ ਕਿਛ ਨਹੀਂ ਹਾਥ। ਇਹ ਤਾਂ ਭੁਲੇਖੇ ਨੇ ਕਿ ਸਾਡੇ ਹੱਥਾਂ ਨਾਲ ਇਦਾਂ ਹੁੰਦਾ ਹੈ, ਜਦ ਕਿ ਮਾਰੈ ਰਾਖੈ ਇੱਕੋ ਆਪ। ਬੰਦੇ ਦੇ ਹੱਥ ਕੁਛ ਨਹੀਂ ਹੈ। ਹਾਂ, ਉਹ ਕਿਸੇ ਰਾਹੀਂ ਵਿਧ ਬਣਾ ਦਿੰਦਾ ਹੈ, ਖੇਡ ਬਣਾ ਦਿੰਦਾ ਹੈ, ਜੁਗਤੀ ਬਣਾ ਦਿੰਦਾ ਹੈ, ਵਿਧ ਬਣਾ ਦਿੰਦਾ ਹੈ। ਅਸੀਂ ਸੋਚਦੇ ਜਿਹਦੇ ਰਾਹੀਂ ਬਣਾਉਂਦਾ ਹੈ ਉਹਦੇ ਤੇ ਇਲਜ਼ਾਮ ਆ ਜਾਂਦਾ ਹੈ। ਪਰ ਸੱਚ ਤਾਂ ਇਹੀ ਹੈ ਨਾ। ਫਿਰ ਜਾਂ ਗੁਰਬਾਣੀ ਦੀ ਪੰਕਤੀ ਦੇ ਅਰਥ ਕੀ ਕਰਾਂਗੇ ਵੀ ਉਹ ਮਾਰਨ ਵਾਲਾ ਵੀ ਉਹ ਹੈ ਤੇ ਬਚਾਉਣ ਵਾਲਾ, ਰੱਖਣ ਵਾਲਾ ਵੀ ਉਹ ਹੈ। ਜਨਮ ਵੀ ਉਹਦੇ ਹੱਥ ਵਿੱਚ ਹੈ, ਮੌਤ ਵੀ ਉਹਦੇ ਹੱਥ ਵਿੱਚ ਹੈ। ਜਨਮ ਵੀ ਉਹਦੇ ਹੁਕਮ ਵਿੱਚ ਹੋਣਾ, ਮੌਤ ਵੀ ਉਹਦੇ ਹੁਕਮ 'ਚ ਹੋਣੀ ਹੈ। ਖੈਰ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆ, ਇੱਥੇ ਉਹ ਤੂੰ ਹੈ ਆਗਹਿ ਆਪੇ। ਹੇ ਵਾਹਿਗੁਰੂ ਜੀ, ਇੱਥੇ ਵੀ ਤੂੰ ਹੀ ਵਰਤ ਰਿਹਾ ਔਰ ਅੱਗੇ ਵੀ ਤੂੰ ਆਪ ਹੀ ਹੈ। ਜਿੱਥੇ ਸਾਡਾ ਲੇਖਾ ਹੋਣਾ, ਜਿੱਥੇ ਸਾਡੀ ਜ਼ਿੰਦਗੀ ਦਾ ਲੇਖਾ ਹੋਣਾ, ਜਿੱਥੇ ਸਾਡੀ ਪ੍ਰਵਾਨਗੀ ਹੋਣੀ ਹੈ, ਉੱਥੇ ਵੀ ਤੂੰ ਆਪ ਹੈ। ਜੀ ਜੰਤਰ ਸਭ ਤੇਰੇ ਥਾਪੇ। ਜੱਜੇ ਨੂੰ ਬਿਹਾਰੀ ਤੇ ਨਾਲ ਐੜਾ ਬਹੁ ਵਚਨ, ਇਹ ਸਾਰੇ ਜੀਆ ਜੰਤ, ਇਹ ਸਾਰੇ ਦੇ ਸਾਰੇ ਤੁਹਾਡੇ ਹੀ ਥਾਪੇ ਹੋਏ ਨੇ। ਕੋਈ ਵੀ ਐਸਾ ਜੀਆ ਜੰਤ ਨਹੀਂ ਜਿਹਨੂੰ ਪਰਮੇਸ਼ਵਰ ਨੇ ਨਾ ਥਾਪਿਆ ਹੋਵੇ, ਬਣਾਇਆ ਹੋਵੇ। ਇਹ ਜਿੰਨੀ ਬਣਤਰ ਹੈ, ਭਾਵੇਂ ਉਹ ਕਿਸੇ ਵੀ ਕਿਸਮ ਦੀ ਹੈ, 84 ਲੱਖ ਜੌਨ ਉਪਾਈ। ਉਹ ਜਿਹੜੀ ਜੌਨ ਉਪਾਈ ਆ, 4 ਖਾਣੀਆਂ ਦੇ ਵਿੱਚੋਂ ਅੰਡਜ, ਜੇਰਜ, ਸੇਤਜ, ਉਤਭੁਜ ਵਿੱਚੋਂ
ਜਿਹੜੇ ਲੱਖਾਂ ਜੀਵ ਤੁਰੇ ਫਿਰਦੇ ਆ, ਇਹ ਸਾਰਿਆਂ ਦੀ ਰਚਨਾ ਕਰਨ ਵਾਲਾ ਉਹ ਆਪ ਪਰਮੇਸ਼ਵਰ ਹੈ। ਸਾਰਿਆਂ ਦੀ ਬਣਤਰ ਬਣਾਉਣ ਵਾਲਾ ਉਹ ਆਪ ਹੈ। ਪਸ਼ੂ ਦੀ ਬਣਤਰ ਬਣਾਈ, ਜਾਨਵਰ ਦੀ ਵੱਖਰੀ ਬਣਾਤੀ, ਪੰਛੀਆਂ ਦੀ ਵੱਖਰੀ ਬਣਾਤੀ, ਕੀਟ ਪਤੰਗਿਆਂ ਦੀ ਬਣਤਰ ਵੱਖਰੀ ਬਣਾਤੀ, ਸਾਡੇ ਵਰਗੇ ਮਨੁੱਖਾਂ ਦੀ ਬਣਤਰ ਵੱਖਰੀ ਬਣਾ ਦਿੱਤੀ। ਇਹ ਸਾਰੀ ਬਣਤਰ ਬਣਾਉਣ ਵਾਲਾ ਤੇ ਉਹ ਆਪ ਹੈ, ਕਾਰੀਗਰ ਉਹ ਆਪ ਹੈ। ਇਸ ਲਈ ਵਾਹਿਗੁਰੂ ਜੀ ਸਾਰੇ ਜੀਆਂ ਜੰਤ ਤੇਰੇ ਹੀ ਥਾਪੇ ਹੋਏ ਨੇ। ਤੁਧ ਬਿਨ ਅਵਰ ਨਾ ਕੋਈ ਕਰਤੇ। ਹੇ ਕਰਤਾ ਜੀ, ਅਕਾਲ ਪੁਰਖ ਜੀ, ਤੁਹਾਡੇ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਦੂਜਾ। ਇਹ ਤਾਂ ਭੁਲੇਖੇ ਨੇ ਸਾਡੇ, ਅਸੀਂ ਹੋਰਾਂ ਦੇ ਮਗਰ ਤੁਰੇ ਫਿਰਦੇ ਹਾਂ। ਇਹ ਸਾਡੇ ਭੁਲੇਖੇ ਨੇ, ਪਰ ਸੱਚ ਤਾਂ ਇਹੀ ਹੈ ਕਿ ਉਹਦੇ ਤੋਂ ਬਿਨਾ ਹੋਰ ਹੈ ਹੀ ਕੋਈ ਨਹੀਂ। ਅਸੀਂ ਤਾਂ ਪਤਾ ਨਹੀਂ ਕਿੰਨੀਆਂ ਥਾਵਾਂ ਤੇ ਭਟਕ ਰਹੇ ਹਾਂ, ਉਹਦੇ ਤੋਂ ਬਿਨਾ ਤੇ ਦੂਜਾ ਵੀ ਕੋਈ ਨਹੀਂ ਹੈ। ਇਸ ਲਈ ਉਹੀ ਕਰਤਾ ਹੈ ਸਾਰੇ ਸੰਸਾਰ ਦਾ, ਸਾਰੇ ਜੀਆਂ ਦਾ ਰੂਪ ਰੰਗ ਬਣਾਉਣ ਵਾਲਾ ਕਰਤਾ ਪੁਰਖ ਹੈ। ਸਾਰਿਆਂ ਦੇ ਵਿੱਚ ਰੰਗ ਭਰਨ ਵਾਲਾ ਵੀ ਕਰਤਾ ਪੁਰਖ ਹੈ। ਜੇ ਸਾਡੇ ਜੀਵਨ ਵਿੱਚ ਦੁੱਖ ਹੈ ਤਾਂ ਸਾਨੂੰ ਉਹ ਸਾਡੇ ਹੋਮੇ ਕਰਕੇ ਹੈ। ਅਸੀਂ ਆਪਣੇ ਆਪ ਨੂੰ ਰੱਬ ਆਪ ਹੀ ਮੰਨੀ ਬੈਠੇ ਹਾਂ। ਸਾਡੇ ਹੱਥ ਥੋੜੀ ਜਿਹੀ ਪਾਵਰ ਆ ਜਾਏ ਤੇ ਬੰਦਾ ਕਹਿੰਦਾ ਵੀ ਮੈਂ ਹੀ ਰੱਬ ਹਾਂ, ਮੈਂ ਜੋ ਚਾਹਾਂ ਜਿਵੇਂ ਚਾਹਾਂ ਕਰ ਸਕਦਾ। ਪਰ ਮਹਾਰਾਜ ਕਹਿੰਦੇ ਇੰਨਾ ਹੰਕਾਰ ਨਾ ਕਰ। ਜਿਹੜਾ ਪਾਵਰ ਦੇਣਾ ਜਾਣਦਾ ਉਹ ਪਾਵਰ ਲੈਣਾ ਵੀ ਜਾਣਦਾ ਹੈ। ਜੇ ਉਹ ਤੈਨੂੰ ਵਡਿਆਈ ਦੇਣਾ ਚਾਹੁੰਦਾ ਹੈ, ਤੇਰੀ ਝੋਲੀ ਭਰਨਾ ਚਾਹੁੰਦਾ ਹੈ, ਤੇ ਫਿਰ ਉਹ ਤੇਰੀ ਝੋਲੀ ਖਾਲੀ ਕਰਨੀ ਵੀ ਜਾਣਦਾ ਹੈ। ਉਹ ਖਾਲੀਆਂ ਨੂੰ ਭਰਨਾ ਜਾਣਦਾ ਹੈ ਤੇ ਭਰਿਆਂ ਨੂੰ ਖਾਲੀ ਕਰਨਾ ਜਾਣਦਾ ਹੈ। ਉਹ ਭਿਖਾਰੀ ਨੂੰ ਰਾਜਾ ਬਣਾਉਣਾ ਜਾਣਦਾ ਹੈ ਤੇ ਰਾਜੇ ਨੂੰ ਭਿਖਾਰੀ ਬਣਾਉਣਾ ਜਾਣਦਾ ਹੈ। ਜੇ ਉਹਨੇ ਤੈਨੂੰ ਰਾਜਾ ਬਣਾਇਆ ਤੇ ਕਦੇ ਆਪਣੇ ਅੰਦਰ ਹਉਮੈ ਨਾ ਲਿਆ। ਮੈਂ ਨਾ ਕਰ ਕਿ ਮੈਂ ਆਹ ਹਾਂ, ਮੈਂ ਉਹ ਹਾਂ, ਮੈਂ ਆਹ ਕਰ ਦਿਆਂਗਾ, ਮੈਂ ਉਹ। ਮਾਰੇ ਕਹਿੰਦੇ ਇਸੇ ਮੈਂ ਨੇ ਤੇ ਤੈਨੂੰ ਜੰਮਣ ਮਰਨ ਚ ਪਾਇਆ ਹੋਇਆ ਹੈ। ਇਸੇ ਤੇਰੀ ਮੈਂ ਨੇ ਹੀ ਤਾਂ ਕਲਾ ਕਲੇਸ਼ ਬਣਾਏ ਹੋਏ ਆ। ਇਸੇ ਤੇਰੀ ਮੈਂ ਨੇ ਹੀ ਤਾਂ ਝਗੜੇ ਕਰਵਾਏ ਆ, ਮੁਲਕ ਵੰਡ ਦਿੱਤੇ, ਇਨਸਾਨ ਵੰਡ ਕੇ ਰੱਖ ਦਿੱਤੇ। ਅਸੀਂ ਵੱਖ-ਵੱਖ ਮੁਲਕਾਂ ਵਿੱਚ, ਬੋਲੀਆਂ ਵਿੱਚ, ਭਾਸ਼ਾਵਾਂ ਵਿੱਚ, ਨਸਲਾਂ ਵਿੱਚ ਵੰਡੇ ਗਏ ਆ। ਇਹ ਮੈਂ ਨਹੀਂ ਵੰਡਿਆ ਸਾਡੀ। ਤੇ ਜਦੋਂ ਸਾਡੇ ਅੰਦਰੋਂ ਮੈਂ ਨਿਕਲ ਜਾਏਗੀ, ਆਪਾਂ ਸਾਰੇ ਹੀ ਇੱਕੋ ਹੀ ਰੂਪ ਨਜ਼ਰ ਆਉਣ ਲੱਗ ਜਾਾਂਗੇ। ਪਰ ਇੰਨਾ ਸੌਖਾ ਨਹੀਂ ਹੈ ਆਪਣੇ ਅੰਦਰ ਦੀ ਮੈਂ ਨੂੰ ਖਤਮ ਕਰਨਾ। ਇਹ ਹਉਮੈ ਹੀ ਤਾਂ ਸਭ ਤੋਂ ਵੱਡੀ ਦੀਵਾਰ ਹੈ, ਸਭ ਤੋਂ ਵੱਡੀ ਰੁਕਾਵਟ ਹੈ। ਸਾਡੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਰੁਕਾਵਟ ਹੀ ਇਸ ਹਉਮੈ ਕਰਕੇ ਬਣੀ ਹੈ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਲਗ, ਮਾਰੇ ਕਹਿੰਦੇ ਤੁਰ। ਕਿੱਥੇ ਤੱਕ ਤੁਰਨਾ? ਕਿੰਨੇ ਜਨਮਾਂ ਤੱਕ ਤੁਰਨਾ? ਤੁਰ। ਪਰ ਜਦੋਂ ਤੱਕ ਤੂੰ ਮੈਂ ਕਰਦਾ ਰਹੇਗਾ, ਉਦੋਂ ਤੱਕ ਤੇਰਾ ਗਰਭ ਜੋਨ ਤੋਂ ਛੁਟਕਾਰਾ ਨਹੀਂ ਹੋਣਾ। ਤੁਰਿਆ ਰਹਿ, ਕਈ ਜਨਮ ਲੱਗਾ ਰਹਿ, ਭਾਵੇਂ ਸਾਰੀ ਜ਼ਿੰਦਗੀ ਮੈਂ ਤੇ ਗੁਜ਼ਾਰ ਦੇ, ਬਚਪਨ ਤੋਂ ਬੁਢੇਪੇ ਤੱਕ। ਪਰ ਧਿਆਨ ਰੱਖੀ, ਇਹ ਗਰਭ ਜੋਨੀ ਤੋਂ ਛੁਟਕਾਰਾ ਨਹੀਂ ਹੋਣਾ। ਹਾਂ, ਜਿਸ ਦਿਨ ਮੈਂ ਅੰਦਰੋਂ ਮਿਟਾ ਦੇਗਾ, ਜਿਸ ਦਿਨ ਅੰਦਰੋਂ ਹਉਮੈ ਨੂੰ ਮਾਰ ਲਏਗਾ, ਉਸੇ ਦਿਨ ਹੀ ਤੇਰਾ ਛੁਟਕਾਰਾ, ਉਸੇ ਪਲ, ਉਸੇ ਛਿਨ ਹੀ ਛੁਟਕਾਰਾ ਹੋ ਜਾਏਗਾ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਆ, ਵਾਹਿਗੁਰੂ ਜੀ ਇਹ ਸਾਰੇ ਜੀਆਂ ਜੰਤ ਤੇਰੇ ਥਾਪੇ ਆ। ਤੇ ਜਿਹੜੇ ਤੇਰੇ ਥਾਪੇ ਆ ਉਹਨਾਂ ਨੂੰ ਭੁਲੇਖਾ ਪੈ ਗਿਆ ਵੀ ਰੱਬ ਨੂੰ ਅਸੀਂ ਥਾਪਿਆ। ਉਹਨਾਂ ਨੂੰ ਇਹ ਭੁਲੇਖਾ ਪੈ ਗਿਆ। ਪਰ ਉਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹਨੇ ਸਾਨੂੰ ਥਾਪਿਆ ਉਹਨੂੰ ਅਸੀਂ ਨਹੀਂ ਥਾਪ ਸਕਦੇ। ਮਾਂ ਬਾਪ ਦਾ ਜਨਮ ਜਿਹੜਾ ਉਹ
ਕਿਸ ਤਰ੍ਹਾਂ ਹੋਇਆ ਉਹ ਸਾਨੂੰ ਨਹੀਂ ਪਤਾ। ਹਾਂ, ਸਾਡਾ ਜਨਮ ਮਾਂ-ਬਾਪ ਦੇ ਰਾਹੀਂ ਹੋਇਆ ਇਹ ਪਤਾ ਹੈ। ਪਿਤਾ ਕਾ ਜਨਮ ਕਹਿ ਜਾਣੇ ਪੂਤ। ਪਰ ਅੱਜ ਪੁੱਤਰ ਪਿਤਾ ਤੋਂ ਅੱਗੇ ਲੰਘ ਕੇ ਦੱਸਣਾ ਚਾਹੁੰਦਾ ਵੀ ਪਿਤਾ ਜੀ ਤੁਹਾਡੀ ਹਸਤੀ ਮੇਰੇ ਅੱਗੇ ਕੁਛ ਵੀ ਨਹੀਂ ਹੈ, ਮੈਂ ਸਭ ਤੋਂ ਉੱਚਾ ਹਾਂ। ਬੜੀਆਂ ਨੇ ਇੱਥੇ ਵਿਚਾਰਾਂ, ਪਰ ਅੱਜ ਸ਼ਬਦ ਵਿੱਚ ਆਪਾਂ ਸੁਰਤ ਜੋੜੀਏ। ਇੱਥੇ ਤੂੰ ਹੈ ਆਗੇ ਆਪੇ, ਜੀ ਜੰਤਰ ਸਭ ਤੇਰੇ ਥਾਪੇ। ਤੁਧ ਬਿਨ ਅਵਰ ਨ ਕੋਈ ਕਰਤੇ, ਮੈਂ ਧਰ ਓਟ ਤੁਮਾਰੀ ਜਿਉ। ਸਾਰੀ ਗੱਲ ਕਰਕੇ ਮੈਂ ਧਰ ਓਟ ਤੁਮਾਰੀ ਜਿਉ। ਮੈਂ ਕੇਵਲ ਤੇ ਕੇਵਲ ਤੁਹਾਡੀ ਓਟ, ਤੁਹਾਡਾ ਆਸਰਾ ਲਿਆ, ਕਿਉਂਕਿ ਤੇਰੇ ਤੋਂ ਬਿਨਾਂ ਹੈ ਹੀ ਕੋਈ ਨਹੀਂ ਦੂਜਾ। ਗੁਰੂ ਸਾਹਿਬ ਜੀ ਕਹਿੰਦੇ ਆ ਕਿਸ ਹੀ ਕੋਈ ਕੋਏ। ਹੋਏਗਾ ਕਿਸੇ ਨੂੰ ਕਿਸੇ ਤੇ ਆਸਰਾ, ਕਿਸੇ ਤੇ ਭਰੋਸਾ, ਤੁਰੇ ਫਿਰਦੇ ਆ ਲੋਕ। ਪਰ ਜੇ ਮੈਨੂੰ ਕੋਈ ਕਵੇ ਤੇ ਮੈਂ ਤੇ ਆਪਣੀ ਹਾਲਤ ਇਹ ਦੱਸਾਂਗਾ, ਕਿਸ ਹੀ ਕੋਈ ਕੋਏ ਮੰਜ ਨਮਾਣੀ ਇੱਕ ਤੂੰ। ਕਿਉਂ ਨਾ ਮਰੀਜੈ ਰੋਏ, ਜਾਂ ਲੱਗ ਚਿੱਤ ਨਾ ਆਵਈ। ਉਹ ਜਿਹੜਾ ਮੇਰਾ ਇੱਕ ਆਸਰਾ ਹੈ, ਤੇ ਜੇ ਉਹ ਵੀ ਚੇਤੇ ਨਾ ਆਵੇ ਤੇ ਫਿਰ ਮੈਂ ਰੋ ਰੋ ਕੇ ਕਿਉਂ ਨਾ ਮਰਾਂ। ਮੇਰਾ ਤੇ ਆਸਰਾ ਹੀ ਇੱਕੋ ਹੀ ਹੈ। ਮੈਂ ਤੇ ਇੱਕ ਦੇ ਆਸਰੇ ਹੀ ਚੱਲਦਾ, ਇੱਕ ਦੇ ਆਸਰੇ ਹੀ ਤੁਰਿਆ ਫਿਰਦਾ, ਇੱਕ ਦੇ ਆਸਰੇ ਹੀ ਮੈਂ ਬੋਲਦਾ ਸੁਣਦਾ ਹਾਂ। ਤੇ ਜੇ ਉਹ ਆਸਰਾ ਮੇਰੀ ਜ਼ਿੰਦਗੀ 'ਚ ਨਹੀਂ ਹੋਏਗਾ ਤੇ ਮੈਂ ਕਿਸ ਜੋਗਾ, ਮੈਂ ਕਿਸੇ ਕੰਮ ਦਾ ਨਹੀਂ। ਇਸ ਲਈ ਮਹਾਰਾਜ ਨੇ ਜੇ ਆਪ ਆਸਰਾ, ਹੁਣ ਗੁਰੂ ਅਰਜਨ ਦੇ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਨੂੰ ਤਾਪ ਚੜ੍ਹਦਾ ਤੇ ਲੋਕ ਮੱਤਾਂ ਦੇਣ ਆ ਜਾਂਦੇ ਆ। ਇਹ ਵੀ ਧਿਆਨ ਰੱਖਿਓ, ਅਸੀਂ ਮੱਤ ਗੁਰੂ ਗ੍ਰੰਥ ਸਾਹਿਬ ਜੀ ਕੋਲ ਲੈਣ ਆਏ ਆ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਤ ਨਹੀਂ ਦੇ ਸਕਦੇ। ਇੰਨੇ ਜੋਗੇ ਨਹੀਂ ਆ ਅਸੀਂ ਕਿ ਅਸੀਂ ਗੁਰੂ ਸਾਹਿਬ ਨੂੰ ਮੱਤ ਦੇ ਸਕੀਏ। ਨਹੀਂ, ਸਾਡੀ ਇੰਨੀ ਔਕਾਤ ਹੈਸੀਅਤ ਨਹੀਂ ਹੈ। ਅਸੀਂ ਤੇ ਮੱਤ ਲੈਣ ਆਏ ਆ ਗੁਰੂ ਸਾਹਿਬ ਕੋਲ। ਕਈ ਆ ਗਏ ਮੱਤਾਂ ਦੇਣ, ਪਰ ਮਹਾਰਾਜ ਨੇ ਕੀ ਆਖਿਆ? ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ। ਮੈਂ ਤਾਂ ਸਭ ਕੁਝ ਛੱਡ ਕੇ ਇੱਕ ਦਾ ਓਟ ਆਸਰਾ ਲੈ ਕੇ ਚੱਲਦਾ, ਤੇ ਜਿਹਦਾ ਆਸਰਾ ਹੈ ਉਹ ਮੈਨੂੰ ਕਦੇ ਡੋਲਣ ਨਹੀਂ ਦਿੰਦਾ। ਉਹ ਤੇ ਤਤੀ ਤਵੀ ਤੇ ਬੈਠ ਕੇ ਵੀ ਡੋਲਣ ਨਹੀਂ ਦਿੰਦਾ। ਜੇ ਸੁਲਹੀ ਖਾਂ ਚੜ ਕੇ ਆਉਂਦਾ ਹੈ ਤੇ ਲੋਕ ਮੱਤਾਂ ਦਿੰਦੇ ਆ। ਮਹਾਰਾਜ ਕਹਿੰਦੇ ਚਿੰਤਾ ਨਾ ਕਰੋ, ਫਿਕਰ ਨਾ ਕਰੋ, ਮੈਂ ਸਭ ਕੁਝ ਛੱਡ ਕੇ ਇੱਕ ਨੂੰ ਧਿਆਉਣਾ, ਤੇ ਜਿਹਨੂੰ ਧਿਆਉਣਾ ਉਹ ਆਪੇ ਨਿਬੜੇਗਾ। ਜਿਹਨੂੰ ਮੈਂ ਧਿਆਉਣਾ ਉਹ ਆਪੇ ਨਿਬੜੇਗਾ। ਉਹ ਕਿਵੇਂ ਉਹਨੂੰ ਦੇਖਣਾ, ਕਿਵੇਂ ਉਹਨੂੰ ਸੰਭਾਲਣਾ, ਕਿਵੇਂ ਉਹਦੇ ਨਾਲ ਨਿਬੜਨਾ, ਇਹ ਉਹ ਆਪੇ ਵੇਖੇਗਾ। ਮੈਂ ਤੇ ਕੇਵਲ ਉਹਦਾ ਆਸਰਾ ਲੈ ਕੇ ਚੱਲਦਾ। ਇੱਥੇ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮੈਂ ਧਰ ਓਟ ਤੁਮਾਰੀ ਜਿਉ। ਮੈਂ ਅਕਾਲ ਪੁਰਖ ਉਸ ਕਰਤੇ ਦੀ ਓਟ ਲਈ ਹੈ, ਉਹਦਾ ਆਸਰਾ ਲਿਆ ਹੈ। ਤਾਈ ਤੇ ਮਹਾਰਾਜ ਸਾਨੂੰ ਕਹਿੰਦੇ ਆ ਧਰ ਜੀਅਰੈ ਇੱਕ ਟੇਕ ਤੂੰ ਲਾਹੇ ਬਡਾਨੀ ਆਸ। ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਇਹ ਬੇਗਾਨੀਆਂ ਆਸਾਂ ਲਾ ਦਿਓ। ਜਿੰਨੀਆਂ ਬੇਗਾਨੀਆਂ ਆਸਾਂ ਮਨ 'ਚ ਰੱਖਾਂਗੇ ਉਨੇ ਪਰੇਸ਼ਾਨ ਹੋਵਾਂਗੇ, ਦੁਖੀ ਹੋਵਾਂਗੇ, ਭਟਕਦੇ ਰਵਾਂਗੇ। ਤੇ ਜਦੋਂ ਬੇਗਾਨੀਆਂ ਆਸਾਂ ਲਾ ਕੇ ਆਪਣੇ ਮਾਲਕ ਤੇ ਭਰੋਸਾ ਰੱਖਾਂਗੇ ਤੇ ਸੁਖੀ ਰਵਾਂਗੇ। ਪਰ ਸਾਨੂੰ ਆਪਣੇ ਮਾਲਕ ਤੇ ਉਨਾ ਭਰੋਸਾ ਨਹੀਂ ਜਿੰਨਾ ਬੇਗਾਨੀਆਂ ਤੇ ਭਰੋਸਾ ਹੈ, ਜਿੰਨਾ ਸਾਨੂੰ ਦੂਜਿਆਂ ਤੇ ਭਰੋਸਾ ਹੈ। ਉਦੋਂ ਮਾਂ-ਬਾਪ ਨੂੰ ਬੜੀ ਠੇਸ ਪਹੁੰਚਦੀ ਹੈ। ਘਰਾਂ ਦੇ ਮਾਹੌਲ ਆਪਾਂ ਸਾਰੇ ਜਾਣਦੇ ਹੀ ਹਾਂ। ਘਰ ਦੇ ਵਿੱਚ ਮਾਂ ਬੜੀ ਸਿਆਣੀ ਗੱਲ ਧੀ ਨੂੰ ਕਰਦੀ ਹੈ, ਪਰ ਉਹਨੂੰ ਸਮਝ ਨਹੀਂ ਆਉਂਦੀ। ਪਿਤਾ ਬੈਠਾ ਘਰ ਵਿੱਚ ਪੁੱਤਰ ਨੂੰ ਸਿਆਣੀ ਗੱਲ ਕਰਕੇ ਸਮਝਾਉਂਦਾ ਹੈ, ਉਹਨੂੰ ਲੱਗਦਾ ਵੀ ਐਵੇਂ ਰੋਲਾ ਹੀ ਪਾਈ ਜਾਂਦੇ ਆ, ਇਹ ਬਜ਼ੁਰਗ ਹੋ ਗਏ ਆ, ਉਮਰ ਵੱਡੀ ਹੋ ਗਈ ਆ, ਇਹਨਾਂ ਦਾ ਤੇ ਕੰਮ ਹੀ ਹੈ। ਪਰ ਬਾਹਰ ਜੇ ਕੋਈ ਗੱਲ ਕਰੇ ਤੇ ਉਸੇ ਵੇਲੇ ਮੰਨ ਲੈਂਦਾ ਹੈ। ਇਹਦਾ ਮਤਲਬ ਬੇਗਾਨੀਆਂ ਤੇ ਭਰੋਸਾ ਹੈ, ਆਪਣਿਆਂ ਤੇ ਨਹੀਂ। ਜਿਨ੍ਹਾਂ ਨੇ ਜਨਮ ਦਿੱਤਾ ਹੈ ਉਹਨਾਂ ਤੇ ਭਰੋਸਾ ਨਹੀਂ। ਸਾਨੂੰ
ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਹੋਣਾ ਚਾਹੀਦਾ। ਸਾਨੂੰ ਸਿਆਣਿਆਂ, ਜੋਤਸ਼ੀਆਂ, ਤਾਂਤਰਿਕਾਂ ਤੇ ਭਰੋਸਾ ਨਹੀਂ ਹੋਣਾ ਚਾਹੀਦਾ। ਇਹ ਬੇਗਾਨੇ ਨੇ। ਅਸੀਂ ਇਹਨਾਂ ਬੇਗਾਨਿਆਂ ਨੂੰ ਆਪਣਾ ਬਣਾ ਕੇ ਇਹਨਾਂ ਦੇ ਅਨੁਸਾਰ ਚੱਲਦੇ ਹਾਂ, ਤੇ ਜੋ ਜਿਹਨੇ ਸਾਨੂੰ ਜੀਵਨ ਦਿੱਤਾ ਉਹ ਸਾਨੂੰ ਗੁਰਬਾਣੀ ਰਾਹੀਂ ਸਮਝਾ ਰਿਹਾ, ਪਰ ਸਾਨੂੰ ਸਮਝ ਨਹੀਂ ਆ ਰਹੀ। ਸਾਨੂੰ ਜੋਤਸ਼ੀਆਂ ਦੀ ਗੱਲ ਬੜੀ ਛੇਤੀ ਸਮਝ ਆ ਜਾਂਦੀ ਹੈ, ਸਿਆਣਿਆਂ ਦੀ ਗੱਲ ਬੜੀ ਛੇਤੀ ਸਮਝ ਆ ਜਾਂਦੀ ਹੈ। ਕਿਸੇ ਨੇ ਆਖਿਆ ਵੀ ਤੇਰੇ ਘਰ ਦੇ ਵਿੱਚ ਕਿਸੇ ਨੇ ਕੁਝ ਕਰ ਦਿੱਤਾ, ਤੇਰਾ ਸਰੀਰ ਠੀਕ ਨਹੀਂ ਰਹਿੰਦਾ, ਤੂੰ ਫਲਾਣੀ ਥਾਂ ਤੇ ਜਾ ਤੇ ਉੱਥੇ ਸੱਪ ਚੜਾ ਕੇ ਆ। ਉੱਥੇ ਗਿਆ, ਬਾਹਰ ਦੁਕਾਨਾਂ ਤੇ ਸੱਪ ਹੀ ਸੱਪ ਪਏ ਨੇ, ਉੱਥੇ ਪੈਸੇ ਦਿੱਤੇ, ਖਰੀਦੇ ਤੇ ਉਹ ਚੜਾ ਕੇ ਆ ਗਿਆ। ਤੇ ਜੇ ਕਿਤੇ ਅਸਲ ਸੱਪ ਚੜਾਉਣਾ ਪੈ ਜਾਏ ਤੇ ਬੰਦਾ ਨੇੜੇ ਨਹੀਂ ਲੱਗੇਗਾ। ਤੇ ਜੇ ਉਹੀ ਕਿਤੇ ਘਰੋਂ ਨਿਕਲ ਆਏ ਤੇ ਉਹਨੂੰ ਮਾਰ ਮਾਰ ਕੇ ਉਹਦਾ ਹਾਲ ਬੁਰਾ ਕਰ ਦੇਣਾ। ਇਹਨੂੰ ਜਿਉਂਦਾ ਨਹੀਂ ਛੱਡਣਾ, ਘਰੋਂ ਜਿਉਂਦਾ ਨਿਕਲਣਾ ਨਹੀਂ ਚਾਹੀਦਾ। ਉਸੇ ਨੂੰ ਅਸੀਂ ਚੜਾ ਕੇ ਸੁੱਖ ਲੈਣਾ ਚਾਹੁੰਦੇ ਹਾਂ, ਤੇ ਉਸੇ ਨੂੰ ਜਿਉਂਦਾ ਵੇਖ ਕੇ ਅਸੀਂ ਉਹਨੂੰ ਮਾਰ ਦੇਣਾ ਚਾਹੁੰਦੇ ਹਾਂ। ਕਿੱਥੇ ਅਸੀਂ ਉਲਝੇ ਪਏ ਹਾਂ। ਤਜੋ ਸਿਆਣਪ ਸੁਰਜਨੋ, ਛੱਡ ਦਿਓ ਇਹ ਸਿਆਣਪਾਂ। ਇੱਕ ਤੇ ਆਸ, ਇੱਕ ਤੇ ਭਰੋਸਾ ਰੱਖੋ ਜਿਹਨੇ ਤੁਹਾਨੂੰ ਜੀਵਨ ਦਿੱਤਾ ਹੈ, ਜਿਹਦੇ ਰਾਹੀਂ ਆਪਾਂ ਸਾਹ ਲੈ ਰਹੇ ਹਾਂ, ਜਿਹਦੇ ਰਾਹੀਂ ਅਸੀਂ ਇਹ ਸਾਡਾ ਸਰੀਰ ਚੱਲ ਤੁਰ ਫਿਰ ਰਿਹਾ ਹੈ, ਸੁਣ ਰਹੇ, ਬੋਲ ਰਹੇ ਹਾਂ, ਇਹ ਜਿਹਦੇ ਰਾਹੀਂ ਆ, ਉਹਦਾ ਆਸਰਾ ਲਈਏ ਆਪਾਂ। ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਜਦੋਂ ਇੱਕ ਤੇ ਆਸ ਰੱਖੋਗੇ, ਉਹ ਕੋਈ ਨਾ ਕੋਈ ਬਿੱਦ ਜ਼ਰੂਰ ਬਣਾਉਂਦਾ ਹੈ। ਉਹ ਕਿਸੇ ਨਾ ਕਿਸੇ ਦੇ ਰਾਹੀਂ ਸਾਡੇ ਤੇ ਕਿਰਪਾ ਜ਼ਰੂਰ ਕਰਦਾ ਹੈ, ਕਿਉਂਕਿ ਉਹਦਾ ਆਪਣਾ ਕੋਈ ਰੂਪ ਰੰਗ ਤਾਂ ਨਹੀਂ ਹੈ, ਪਰ ਉਹਨੇ ਕਿਸੇ ਨਾ ਕਿਸੇ ਵਿੱਚ ਵਰਤ ਕੇ ਤੁਹਾਡੇ ਤੇ ਕਿਰਪਾ ਕਰਨੀ ਹੈ। ਬਸ ਉਹਦੇ ਤੇ ਭਰੋਸਾ ਰੱਖੋ। ਕਈ ਵਾਰੀ ਕਹਿ ਦਿੰਦੇ ਆ ਵੀ ਅੱਜ ਤਾਂ ਆਹ ਬੰਦਾ ਮੇਰੇ ਲਈ ਰੱਬ ਬਣ ਕੇ ਆਇਆ, ਕਹਿ ਨਹੀਂ ਦਿੰਦੇ ਅਸੀਂ। ਕੋਈ ਮੁਸ਼ਕਲ ਦੀ ਘੜੀ ਪੈ ਜਾਏ, ਕੋਈ ਕਾਰਜ ਕਿਤੇ ਰੁਕਾਵਟ ਆ ਜਾਏ, ਫਿਕਰ ਲੱਗਾ ਹੁੰਦਾ ਵੀ ਕੀ ਹੋਏਗਾ, ਕਿਵੇਂ ਹੋਏਗਾ। ਅਚਾਨਕ ਇੱਕ ਬੰਦਾ ਆਉਂਦਾ ਹੈ, ਉਹ ਸਾਡੀ ਚਿੰਤਾ ਦੂਰ ਕਰ ਜਾਂਦਾ ਹੈ। ਅਸੀਂ ਕੀ ਕਹਿੰਦੇ ਆ? ਅਸੀਂ ਕਹਿੰਦੇ ਅੱਜ ਤੇ ਰੱਬ ਆ ਗਿਆ, ਅੱਜ ਤੇ ਆਪ ਰੱਬ ਆ ਗਿਆ ਜਿਹਨੇ ਮੇਰੀ ਸੁਣ ਲਈ। ਤੇ ਰੱਬ ਇਦਾਂ ਹੀ ਤੇ ਆਉਂਦਾ, ਹੋਰ ਕਿਵੇਂ ਆਉਣਾ ਹੈ? ਕਿਉਂਕਿ ਉਹਦਾ ਆਪਣਾ ਤੇ ਰੂਪ ਰੰਗ ਚੱਕਰ ਚਿਹਨ ਕੁਛ ਵੀ ਨਹੀਂ ਹੈ। ਇਸੇ ਤਰ੍ਹਾਂ ਹੀ ਉਹਨੇ ਕਿਸੇ ਨਾ ਕਿਸੇ ਵਿੱਚ ਵਰਤ ਕੇ ਸਾਡੇ ਕਾਰਜ ਸਵਾਰਨੇ, ਸਾਡੇ ਦੁੱਖ ਕੱਟਣੇ ਆ। ਖੈਰ, ਸਾਹਿਬ ਜੀ ਕਹਿੰਦੇ ਆ ਵੀ ਉਹ ਜਿਹੜਾ ਇੱਥੇ ਤੇ ਉੱਥੇ ਆਪ ਵਰਤ ਰਿਹਾ, ਸਾਰੇ ਜੀਆਂ ਦਾ ਆਸਰਾ ਹੈ। ਮੈਂ ਧਰ ਓਟ ਤੁਮਾਰੀ, ਹੇ ਅਕਾਲ ਪੁਰਖ ਜੀ, ਮੈਂ ਕੇਵਲ ਤੁਹਾਡੀ ਓਟ ਲਈ ਹੈ, ਤੁਹਾਡਾ ਆਸਰਾ ਲਿਆ ਹੈ। ਰਸਨਾ ਜਪ ਜਪ ਜੀਵੈ ਸੁਆਮੀ, ਪਾਰ ਬ੍ਰਹਮ ਪ੍ਰਭ ਅੰਤਰ ਜਾਮੀ। ਜਿਨ ਸੇਵਿਆ ਤਿਨ ਹੀ ਸੁਖ ਪਾਇਆ, ਸੋ ਜਨਮ ਨਾ ਜੂਐ ਹਾਰੀ ਜੀਉ। ਜਿਹਨੂੰ ਇਹ ਭਰੋਸਾ ਹੈ, ਇੱਥੇ ਉੱਥੇ ਰਖਵਾਲਾ, ਇੱਥੇ ਵੀ ਉਹ ਰਖਵਾਲਾ ਹੈ ਤੇ ਉੱਥੇ ਵੀ ਉਹ। ਤੇ ਰਸਨਾ ਜਪ ਜਪ ਜੀਵੈ ਸੁਆਮੀ, ਉਹ ਆਪਣੀ ਰਸਨਾ ਤੋਂ ਭਾਵਨਾ ਨਾਲ, ਪਿਆਰ ਨਾਲ ਭਿੱਜ ਕੇ ਜਪਦਾ ਹੈ। ਤੇ ਜਪ ਜਪ ਕੇ, ਕਿਉਂਕਿ ਜਪ ਦੇ ਪਾ ਨੂੰ ਸਿਹਾਰੀ, ਜਪ ਜਪ ਕੇ, ਸਿਹਾਰੀ ਦੀ ਆਵਾਜ਼ ਆਏਗੀ ਕੇ, ਵੀ ਜਪ ਜਪ ਕੇ ਉਹ ਸੁਆਮੀ ਦਾ ਨਾਮ ਉਹ ਜਿਉਂਦੇ ਨੇ, ਉਹਨਾਂ ਦੀ ਇਨਸਾਨੀਅਤ ਜਿਉਂਦੀ ਹੈ। ਕਿਉਂਕਿ ਉਹਨਾਂ ਨੂੰ ਪਤਾ ਹੈ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ। ਜਿਹੜੇ ਜਪ ਜਪ ਕੇ ਉਹਨੂੰ ਸਿਮਰਦੇ ਆ, ਉਹਨਾਂ ਨੂੰ ਪਤਾ ਵੀ ਉਹ ਪਾਰ ਬ੍ਰਹਮ ਪਰਮੇਸ਼ਵਰ ਅੰਤਰਜਾਮੀ ਹੈ। ਉਹ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ, ਉਹ ਸਾਰਿਆਂ ਦੇ ਅੰਦਰ ਦੀ ਹਾਲਤ ਨੂੰ ਜਾਣਦਾ ਹੈ। ਜਿਨ ਸੇਵਿਆ, ਜਿਹਨੇ ਭਾਵਨਾ ਨਾਲ ਉਹਨੂੰ ਸਿਮਰਿਆ ਹੈ, ਤਿੰਨ ਹੀ ਸੁਖ ਪਾਇਆ, ਉਹਨਾਂ ਨੇ ਹੀ ਸੁਖ ਦੀ ਪ੍ਰਾਪਤੀ ਕੀਤੀ ਹੈ।
ਸੋ ਜਨਮ ਨ ਜੂਏ ਹਾਰੀ ਜਿਉ। ਸੋ ਮੈਨੇ ਉਹ ਕਦੇ ਵੀ ਆਪਣਾ ਜੀਵਨ ਜੂਏ ਦੀ ਤਰ੍ਹਾਂ ਹਾਰ ਕੇ ਨਹੀਂ ਜਾਂਦੇ। ਉਹ ਕਦੇ ਆਪਣੀ ਜ਼ਿੰਦਗੀ ਦੀ ਬਾਜੀ ਨਹੀਂ ਹਾਰ ਕੇ ਜਾਂਦੇ, ਉਹ ਆਪਣੀ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਂਦੇ ਆ। ਜਿਨ੍ਹਾਂ ਨੇ ਜਪ ਕੇ ਆਪਣਾ ਜੀਵਨ ਜਿਉਣਾ ਕੀਤਾ ਔਰ ਜਿਨ੍ਹਾਂ ਨੂੰ ਪਤਾ ਲੱਗ ਗਿਆ ਉਹ ਅੰਤਰਜਾਮੀ ਸਾਰਿਆਂ ਦੇ ਅੰਦਰ ਦੀ ਹਾਲਤ ਜਾਣਦਾ ਹੈ, ਤੇ ਜਿਨ੍ਹਾਂ ਨੇ ਉਹਨੂੰ ਸਿਮਰਿਆ ਭਾਵਨਾ ਦੇ ਨਾਲ, ਇਹ ਮਹਿਸੂਸ ਕਰਕੇ ਕਿ ਇੱਥੇ ਤੂੰ ਹੈ ਅੱਗੇ ਆਪੇ, ਇਹ ਮਹਿਸੂਸ ਕਰਕੇ ਜਿਨ੍ਹਾਂ ਨੇ ਸਿਮਰਿਆ ਉਹਨਾਂ ਨੇ ਸੁੱਖ ਪਾ ਲਿਆ ਔਰ ਉਹਨਾਂ ਨੇ ਆਪਣਾ ਜਨਮ ਦੀ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਲਿਆ। ਜਨਮ ਨਾ ਜੂਏ ਹਾਰੀ, ਉਹ ਕਦੇ ਆਪਣੀ ਜ਼ਿੰਦਗੀ ਨੂੰ ਜੂਏ ਦੀ ਤਰ੍ਹਾਂ ਹਾਰ ਕੇ ਨਹੀਂ ਜਾਂਦੇ ਹਨ। ਨਾਮ ਅਵਖਦ ਜਿਨ ਜਨ ਤੇਰੇ ਪਾਇਆ, ਜਨਮ ਜਨਮ ਕਾ ਰੋਗ ਗਵਾਇਆ। ਹਰ ਕੀਰਤਨ ਗਾਵਹੁ ਦਿਨ ਰਾਤੀ, ਸਫਲ ਇਹਾ ਹੈ ਕਾਰੀ ਜੀਓ। ਜਿਨ੍ਹਾਂ ਨੇ ਜਨ ਬਣ ਕੇ, ਹੁਣ ਧਿਆਨ ਰੱਖਿਓ, ਜਨ ਸਰੀਰ ਨੇ ਨਹੀਂ ਬਣਨਾ, ਜਨ ਬਣਨਾ ਸਾਡੇ ਮਨ ਨੇ। ਸਰੀਰ ਕਰਕੇ ਤਾਂ ਦਵਾਈਆਂ ਬਹੁਤ ਨੇ, ਅੱਗੇ ਵੀ ਜ਼ਿਕਰ ਕੀਤਾ ਸੀ, ਬਹੁਤ ਨੇ। ਰੋਜ਼ ਸਰਚ ਹੋ ਰਿਹਾ ਹੈ, ਰੋਜ਼ ਨਵੀਆਂ ਨਵੀਆਂ ਦਵਾਈਆਂ ਬਣ ਰਹੀਆਂ ਨੇ, ਰੋਜ਼ ਨਵੀਆਂ ਨਵੀਆਂ ਦਵਾਈਆਂ ਤਿਆਰ ਹੋ ਰਹੀਆਂ ਨੇ। ਬੰਦਾ ਕਹਿੰਦਾ ਆਹ ਦਵਾਈ ਦਾ ਨਾਮ ਤੇ ਕਦੇ ਸੁਣਿਆ ਹੀ ਨਹੀਂ ਸੀ ਮੈਂ। ਨਵੀਆਂ ਨਵੀਆਂ ਨਿਤ ਦਵਾਈਆਂ ਤਿਆਰ ਹੋ ਰਹੀਆਂ, ਨਿਤ ਸਰਚ ਹੋ ਰਿਹਾ, ਕਿਉਂਕਿ ਨਿਤ ਨਿਤ ਬਿਮਾਰੀਆਂ ਵੱਧਦੀਆਂ ਜਾ ਰਹੀਆਂ। ਪਰ ਜਿਹੜੀ ਪਰਮੇਸ਼ਵਰ ਦੇ ਨਾਮ ਦੀ ਦਵਾਈ ਹੈ ਨਾ, ਇਹ ਸਾਡੇ ਮਨ ਨੂੰ ਚਾਹੀਦੀ ਹੈ। ਇਹ ਮਨ ਕਰਕੇ, ਇਹ ਗੁਰਬਾਣੀ ਦਵਾਈ ਹੈ। ਆ ਜਿੰਨੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਵਿੱਚ, ਇਹ ਸਾਰੀ ਦਵਾਈ ਹੈ। ਸਰਬ ਰੋਗ ਕਾ ਔਖਦ ਨਾਮ। ਇਸ ਦਵਾਈ ਨੂੰ ਆਪਾਂ ਲੈਣਾ ਹੈ, ਮਨ ਦੇ ਉੱਤੇ ਇਹਦਾ ਅਸਰ ਹੋਣਾ ਹੈ। ਇਹ ਮਨ ਕਰਕੇ ਦਿੱਤੀ ਹੈ ਦਵਾਈ ਸਾਨੂੰ। ਔਖਦ ਦਾ ਅਰਥ ਹੁੰਦਾ ਦਵਾਈ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਜਨ ਬਣ ਕੇ, ਔਰ ਇਹ ਵੀ ਧਿਆਨ ਰੱਖਿਓ, ਬਾਹਰ ਦੀ ਦਵਾਈ ਤੇ ਆਪਾਂ ਨੂੰ ਮਿਲ ਜਾਏਗੀ, ਪਰ ਆਹ ਜਿਹੜੀ ਨਾਮ ਦੀ ਦਵਾਈ ਹੈ, ਇਹ ਜਨ ਬਣਨ ਤੋਂ ਬਿਨਾਂ ਨਹੀਂ ਮਿਲਣੀ। ਜਿੰਨਾ ਚਿਰ ਸਾਡਾ ਮਨ ਜਨ ਨਹੀਂ ਨਾ ਬਣਦਾ, ਜਨ ਕੌਣ ਬਣੇਗਾ? ਜਿਹਨੇ ਹਉਮੈ ਨੂੰ ਤਿਆਗ ਦਿੱਤਾ, ਜਿਹਨੇ ਹੰਕਾਰ ਨੂੰ ਤਿਆਗ ਦਿੱਤਾ, ਜਿਹਨੇ ਮੈਂ ਨੂੰ ਤਿਆਗ ਦਿੱਤਾ। ਜੇ ਕੋਈ ਡਾਕਟਰ ਕੋਲ ਜਾਵੇ ਤੇ ਜਾ ਕੇ ਆਪਣੀ ਸਿਆਣਪ, ਆਪਣੀ ਮੈਂ ਉੱਥੇ ਕਰੀ ਜਾਏ, ਤੇ ਡਾਕਟਰ ਨੇ ਕੀ ਕਹਿਣਾ? ਉਹਨੇ ਕਹਿਣਾ ਤੂੰ ਆਪ ਹੀ ਬੜਾ ਸਿਆਣਾ ਤੇ ਆਪ ਹੀ ਇਲਾਜ ਕਰ ਲੈ। ਫਿਰ ਜੇ ਤੂੰ ਆਪਣੇ ਆਪ ਵਿੱਚ ਆਪ ਹੀ ਤੂੰ ਬਹੁਤ ਸਿਆਣਾ ਹੈ ਤੇ ਫਿਰ ਤੂੰ ਆਪ ਹੀ ਇਲਾਜ ਕਰ ਲੈ, ਮੇਰੇ ਕੋਲ ਕੀ ਲੈਣਾ ਹੈ। ਜੇ ਅਸੀਂ ਵੀ ਗੁਰੂ ਸਾਹਿਬ ਨੂੰ ਕਹੀਏ ਅਸੀਂ ਬੜੇ ਸਿਆਣੇ ਆ, ਬੜੇ ਸੂਝਵਾਨ ਆ, ਬੜੇ ਚਤਰ ਆ, ਬੜੇ ਚਲਾਕ ਆ, ਤੇ ਮਹਾਰਾਜ ਕਹਿੰਦੇ ਫਿਰ ਇੱਥੇ ਕੀ ਲੈਣਾ ਹੈ? ਇੱਥੇ ਤੇ ਜਨ ਜਿਹੜੇ ਬਣ ਕੇ ਆਉਂਦੇ ਆ, ਉਹਨਾਂ ਨੂੰ ਸਰਬ ਰੋਗ ਕਾ ਔਖਦ ਨਾਮ ਮਿਲਦਾ ਹੈ। ਇੱਥੇ ਤੇ ਭਾਈ ਪ੍ਰੇਮਾ ਵਰਗੇ ਕੋੜ ਦੇ ਰੋਗ ਨਾਲ ਭਰੇ ਹੋਏ ਆ ਕੇ ਕਹਿੰਦੇ ਆ ਮੇਰਾ ਗਿਆ ਕਛੋਟਾ ਲੱਦਾ ਜੀ। ਇਹ ਉਹਨਾਂ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ। ਕਈ ਰੋਗੀ ਨੇ ਪਰ ਫਿਰ ਵੀ ਉਹ ਮੰਨਣ ਨੂੰ ਤਿਆਰ ਨਹੀਂ ਕਿ ਮੈਨੂੰ ਕੋਈ ਰੋਗ ਹੈ। ਹਉਮੈ ਸਭ ਤੋਂ ਵੱਡਾ ਭਿਆਨਕ ਰੋਗ ਹੈ, ਪਰ ਕਈ ਮੰਨਣ ਨੂੰ ਤਿਆਰ ਨਹੀਂ। ਉਹ ਕਹਿੰਦੇ ਸਾਡੇ 'ਚ ਹੰਕਾਰ ਹੋ ਹੀ ਨਹੀਂ ਸਕਦਾ, ਅਸੀਂ ਤੇ, ਹਾਲਾਂਕਿ ਹੰਕਾਰ ਦੇ ਬੋਲ ਬੋਲਣੇ, ਜ਼ਿੰਦਗੀ ਵਿੱਚ ਹਰ ਵੇਲੇ ਆਕੜ ਕੇ ਰਹਿਣਾ, ਤੇ ਬੰਦਾ ਕਹਿੰਦਾ ਜੀ ਮੇਰੇ 'ਚ ਤਾਂ ਹੰਕਾਰ ਹੈ ਹੀ ਕੋਈ ਨਹੀਂ। ਕਿਉਂਕਿ ਆਪਣੇ ਬਿਮਾਰੀਆਂ ਨਜ਼ਰ ਨਹੀਂ ਨਾ ਆਉਂਦੀਆਂ, ਦੂਜਿਆਂ ਦੀਆਂ ਜਲਦੀ ਨਜ਼ਰ ਆਉਂਦੀਆਂ ਨੇ। ਆਪਣੇ ਅਵਗਣ ਨਜ਼ਰ ਨਹੀਂ ਆਉਂਦੇ, ਦੂਜਿਆਂ ਦੇ ਫਰੋਲਣੇ ਬੜੇ ਸੌਖੇ ਨੇ। ਹੁਣ ਜਿਹਨੂੰ ਸਮਝ ਆਈ, ਮਹਾਰਾਜ ਕਹਿੰਦੇ ਜਿਨ ਜਨ, ਜਿਸ ਨੇ ਜਨ ਬਣ ਕੇ ਤੇਰੇ ਦਰ ਤੇ ਆਉਣਾ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਾਮ ਅਵਖਦ ਜਿਨ ਜਨ ਤੇਰਾ ਪਾਇਆ। ਤੇਰਾ ਪਾਇਆ, ਤੇਰੇ ਦਰ ਤੇ ਆ ਕੇ ਜਿਹਨੇ ਜਨ ਬਣ ਕੇ ਨਾਮ ਅਵਖਦ, ਨਾਮ ਦੀ ਦਵਾਈ ਪਾ ਲਈ, ਨਾਮ ਦੀ ਦਵਾਈ ਜਿਹਨੇ ਲੈ ਲਈ ਹੈ। ਜਨਮ ਜਨਮ ਕਾ ਰੋਗ ਗਵਾਇਆ,
ਜਿਹੜਾ ਜਨਮਾਂ ਜਨਮਾਂ ਦਾ ਰੋਗ ਲੱਗਾ ਸੀ ਨਾ, ਉਹ ਆ ਦਵਾਈ ਖਾ ਕੇ ਉਹ ਰੋਗ ਤੋਂ ਛੁਟਕਾਰਾ ਹੋ ਗਿਆ। ਜਿਹੜੇ ਰੋਗ ਸਰੀਰ ਦੇ ਲੱਗੇ ਆ, ਇਹ ਤੇ ਇੱਥੇ ਹੀ ਲੱਗੇ ਨੇ ਆ ਕੇ। ਬੰਦਾ ਕਹਿੰਦਾ ਵੀ ਪਹਿਲਾਂ ਮੈਨੂੰ ਕੋਈ ਬਿਮਾਰੀ ਨਹੀਂ ਸੀ, ਅੱਜ ਬਿਮਾਰੀਆਂ ਨਾਲ ਭਰਿਆ, ਉਹ ਤੇ ਇੱਥੇ ਹੀ ਲੱਗੇ ਨੇ। ਸਰੀਰ ਇੱਥੇ ਹੀ ਸੜ ਕੇ ਸੁਆਹ ਹੋ ਜਾਣਾ, ਜਾਂ ਮਿੱਟੀ 'ਚ ਦੱਬਿਆ ਜਾਣਾ, ਜਾਂ ਰੁੜ ਜਾਣਾ। ਪਰ ਜਿਹੜੀਆਂ ਜਨਮ ਜਨਮ ਦੀਆਂ ਬਿਮਾਰੀਆਂ ਲੱਗੀਆਂ, ਉਹ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਓ। ਇਹ ਜਨਮਾਂ ਜਨਮਾਂ ਦੀ ਬਿਮਾਰੀ ਕਿਹੜੀ ਹੈ? ਹਉਮੈ ਦੀ, ਹੰਕਾਰ ਦੀ। ਇਹ ਵੱਡੀ ਬਿਮਾਰੀ ਲੈ ਕੇ ਅਸੀਂ ਜਨਮ ਰਹੇ ਹਾਂ, ਮਰ ਰਹੇ ਹਾਂ, ਆ ਰਹੇ ਹਾਂ, ਜਾ ਰਹੇ ਹਾਂ। ਇਹ ਬਿਮਾਰੀ ਤੋਂ ਛੁਟਕਾਰਾ ਹੀ ਨਹੀਂ ਹੋ ਰਿਹਾ। ਪਰ ਜਿਨ੍ਹਾਂ ਨੇ ਜਨ ਬਣ ਕੇ ਵਾਹਿਗੁਰੂ ਜੀ ਕੋਲੋਂ ਨਾਮ ਦੀ ਦਵਾਈ ਲੈ ਲਈ, ਜਨਮ ਜਨਮ ਕਾ ਰੋਗ ਗਵਾਇਆ, ਉਹਨਾਂ ਦੇ ਜਨਮਾਂ ਜਨਮਾਂ ਦਾ ਜਿਹੜਾ ਰੋਗ ਸੀ ਉਹ ਦੂਰ ਹੋ ਗਿਆ। ਗੁਰਬਾਣੀ ਸਾਨੂੰ ਕਿਉਂ ਦਿੱਤੀ ਹੈ, ਔਰ ਅਸੀਂ ਗੁਰਬਾਣੀ ਦੀ ਵਰਤੋਂ ਕਰ ਕਿੱਥੇ ਰਹੇ ਹਾਂ? ਬਸ ਆਹ ਦੋ ਗੱਲਾਂ ਬੈਠ ਕੇ ਸਮਝ ਲੈਣਾ। ਗੁਰਬਾਣੀ ਦਿੱਤੀ ਕਾਹਦੇ ਵਾਸਤੇ ਹੈ ਤੇ ਅਸੀਂ ਗੁਰਬਾਣੀ ਦੀ ਵਰਤੋਂ ਕਰ ਕਾਹਦੇ ਲਈ ਰਹੇ ਹਾਂ? ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਅੱਜ ਸਾਡੇ ਦੁੱਖ ਤੇ ਰੋਗ ਦੇ ਡੇਰੇ ਭੰਨਣ ਵਾਸਤੇ ਜਿਹੜੇ ਅੰਦਰ ਬਣੇ ਹੋਏ ਆ। ਦੁੱਖ ਜੀਵ ਆਤਮਾ ਨੂੰ ਬਣਿਆ ਤੇ ਰੋਗ ਸਾਡਾ ਮਨ ਨੂੰ ਲੱਗਾ ਹੋਇਆ ਹੈ। ਰੋਗੀ ਸਾਡਾ ਮਨ ਹੈ ਤੇ ਦੁੱਖ ਸਾਡੀ ਜੀਵ ਆਤਮਾ ਨੂੰ ਹੈ, ਉਹਦੇ ਤੋਂ ਵਿਛੜਨ ਦਾ। ਤੇ ਮਹਾਰਾਜ ਕਹਿੰਦੇ ਤੇਰਾ ਦੁੱਖ ਵੀ ਕੱਟਿਆ, ਤੇਰਾ ਰੋਗ ਵੀ ਕੱਟਿਆ ਜਾਣਾ, ਪਰ ਆ ਆਸਰਾ ਲੈ ਜਿਹੜਾ ਤੈਨੂੰ ਧੁਰੋਂ ਦਿੱਤਾ ਹੈ। ਜਿਨ੍ਹਾਂ ਨੇ ਫਿਰ ਜਨ ਬਣ ਕੇ ਆਏ ਤੇ ਉਹਨਾਂ ਨੇ ਨਾਮ ਦੀ ਦਵਾਈ ਲੈ ਲਈ, ਜਨਮਾਂ ਜਨਮਾਂ ਦਾ ਰੋਗ ਦੂਰ ਹੋ ਗਿਆ। ਹਰ ਕੀਰਤਨ ਗਾਵੋ ਦਿਨ ਰਾਤੀ। ਹੁਣ ਉਹਨਾਂ ਨੂੰ ਕਹਿ ਰਿਹਾ ਜਿਨ੍ਹਾਂ ਨੇ ਹਜੇ ਦਵਾਈ ਨਹੀਂ ਲਈ। ਹੁਣ ਉਹਨਾਂ ਨੂੰ ਕਹਿ ਰਿਹਾ ਜਿਹੜੇ ਹਜੇ ਗੁਰੂ ਦਰ ਤੇ ਨਹੀਂ ਆਏ, ਜਿਹੜੇ ਹਜੇ ਜਨ ਬਣਨ ਵਾਸਤੇ ਨਹੀਂ ਆਏ। ਮਹਾਰਾਜ ਕਹਿੰਦੇ ਆਓ ਭਾਈ, ਆ ਕੇ ਦਿਨ ਰਾਤ ਉਹਦੀ ਉਸਤਤ ਕਰਨ ਦੀ ਜਾਚ ਸਿੱਖ ਲਓ। ਕੀਰਤਨ ਮੈਨੇ ਉਹਦੀ ਉਸਤਤ ਕਰਨੀ, ਉਹਦਾ ਸਿਫਤ, ਉਹਦੇ ਗੁਣ ਗਾਣ, ਉਹਦੇ ਜਿਹੜੇ ਨੇ ਗੁਣ ਗਾਉਣੇ। ਦਿਨ ਰਾਤ ਜਦੋਂ ਤੁਸੀਂ ਉਹਦੇ ਗੁਣ ਗਾਉਣ ਦੀ ਜਾਚ ਸਿੱਖ ਲਓਗੇ ਨਾ, ਸਫਲ ਇਹਾ ਹੈ ਕਾਰੀ ਜੀਓ। ਆਹ ਕੰਮ ਨੇ ਤੁਹਾਨੂੰ ਸਫਲਤਾ ਦੇਣੀ ਆ। ਆ ਧਾਗੇ ਤਵੀਤਾਂ ਨੇ ਤੁਹਾਡੇ ਦੁੱਖ ਰੋਗ ਨਹੀਂ ਕੱਟਣੇ। ਅਸੀਂ ਤਾਂ ਭਰਮ ਵਿੱਚ ਪਏ ਪਏ ਆ, ਅੱਗੋਂ ਬੱਚਿਆਂ ਨੂੰ ਵੀ ਉਸੇ ਰਾਹ ਤੋਰਿਆ ਹੋਇਆ ਹੈ। ਜਵਾਨ ਜਵਾਨ ਧੀਆਂ ਪੁੱਤਰਾਂ ਦੇ ਕੋਈ ਵਿਰਲਾ ਹੀ ਨਜ਼ਰ ਆਉਂਦਾ ਹੈ। ਨਹੀਂ ਤਾਂ ਆ ਦੇਖੀਦਾ ਜਵਾਨ ਧੀਆਂ ਪੁੱਤਰ ਜਦੋਂ ਗੁਰੂ ਘਰ ਮੱਥਾ ਟੇਕਣ ਆਉਂਦੇ ਆ, ਅੱਧਿਆਂ ਦੇ ਕਾਲੇ ਧਾਗੇ ਬੰਨੇ ਹੁੰਦੇ ਆ, ਕਿਸੇ ਦੇ ਪੈਰ ਤੇ, ਕਿਸੇ ਦੀ ਬਾਹ ਉੱਤੇ। ਪਰ ਆਏ ਕਿਹਦੇ ਕੋਲ ਨੇ? ਜਿਹੜਾ ਸਰਬ ਰੋਗ ਕਾ ਔਖਦ ਨਾਮ ਦਿੰਦਾ ਹੈ। ਆਏ ਕਿਹਦੇ ਕੋਲ ਨੇ? ਜਿਹੜਾ ਹੋਕਾ ਦੇ ਕੇ ਕਹਿ ਰਿਹਾ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਉਹਦੇ ਕੋਲ ਵੀ ਆਏ ਆ, ਆਏ ਵੀ ਧਾਗੇ ਬੰਨ ਕੇ ਆ। ਇਹਦਾ ਮਤਲਬ ਆਏ ਜ਼ਰੂਰ ਆ, ਪਰ ਭਰੋਸਾ ਨਹੀਂ ਹੈ ਸਾਨੂੰ ਗੁਰੂ ਤੇ। ਆਏ ਜ਼ਰੂਰ ਆ, ਪਰ ਆਸਰਾ ਹਜੇ ਵੀ ਧਾਗਿਆਂ ਦਾ ਹੀ ਲੈ ਕੇ ਚੱਲਦੇ ਪਏ ਆ। ਜੇ ਸਾਨੂੰ ਗੁਰੂ ਤੇ ਭਰੋਸਾ ਹੋਵੇ ਤੇ ਗੁਰੂ ਘਰ ਵਿੱਚ ਆਉਣ ਵਾਲੇ ਦੀ ਲੱਤ ਬਾਂਹ ਤੇ ਧਾਗਾ ਨਹੀਂ ਹੋਣਾ ਚਾਹੀਦਾ। ਹਜੇ ਵੀ ਸਾਨੂੰ ਨੱਗ ਤੇ ਭਰੋਸਾ ਹੈ ਵੀ ਜੇ ਆ ਪੰਜੇ ਉਂਗਲਾਂ ਵਿੱਚੋਂ ਦੀ ਆਹ ਉਂਗਲ ਵਿੱਚ ਨੱਗ ਪਾਵਾਂਗੇ ਤੇ ਕੰਮ ਬਣਦੇ ਜਾਣਗੇ। ਪਰ ਜਿਹਨੇ ਆਖਿਆ ਜਿਨ ਜਿਨ ਨਾਮ ਤੇ ਆਏ ਆ ਤਿਨ ਕੇ ਕਾਜ ਸਰੇ, ਇੱਥੋਂ ਵੀ ਕਹਿ ਦਿੱਤਾ ਥਿਰ ਗਰਬੈ ਸੋ ਹਰ ਜਨ ਪਿਆਰੇ। ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ। ਜਨ ਕੀ ਪੈਜ ਰੱਖੀ ਕਰਤਾਰੇ। ਪਰ ਭਰੋਸਾ ਨਹੀਂ ਨਾ, ਭਰੋਸਾ ਤੇ ਨੱਗ ਤੇ ਹੈ। ਤੇ ਜੇ ਸਾਨੂੰ ਗੁਰੂ ਤੇ ਭਰੋਸਾ ਹੋ ਜਾਏ ਤੇ ਫਿਰ ਸਾਡੀ ਉਂਗਲ ਵਿੱਚ ਨੱਗ ਕੀ ਕਰਦਾ ਪਿਆ? ਤੇ ਜੇ ਉਹ ਨੱਗ ਉਂਗਲ ਵਿੱਚ ਪਿਆ ਹੋਇਆ, ਇਹਦਾ ਮਤਲਬ ਫਿਰ ਗੁਰੂ ਤੇ ਭਰੋਸਾ ਨਹੀਂ। ਇਹ ਫੈਸਲਾ ਤੁਸੀਂ ਕਰਨਾ ਹੈ, ਕਿਉਂਕਿ ਭਰੋਸਾ ਇੱਕ ਤੇ ਹੋਣਾ ਹੈ, ਜਾਂ ਤੇ ਨੱਗ ਤੇ ਹੋਣਾ, ਜਾਂ ਗੁਰੂ ਬਾਣੀ ਤੇ ਹੋਣਾ, ਜਾਂ ਤੁਹਾਡੇ ਪਾਏ ਹੋਏ ਧਾਗੇ ਤੇ ਹੋਣਾ, ਤੇ ਜਾਂ ਗੁਰੂ ਦੇ ਸ਼ਬਦ ਤੇ ਹੋਣਾ। ਇਹ ਫੈਸਲਾ ਤੁਸੀਂ ਆਪ ਕਰਨਾ ਹੈ,
ਕਿਉਂਕਿ ਦੋ ਤੇ ਭਰੋਸਾ ਨਹੀਂ ਹੋ ਸਕਦਾ, ਦੋ ਬੇੜੀਆਂ ਵਿੱਚ ਸਵਾਰ ਨਹੀਂ ਹੋਇਆ ਜਾ ਸਕਦਾ ਹੈ। ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ ਨੇ। ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੀ, ਭਾਈ ਮੰਝ ਜੇ ਸਿੱਖੀ ਲੈਣੀ ਆ ਤਾਂ ਪਹਿਲੀ ਸਿੱਖੀ ਛੱਡ, ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ। ਤੂੰ ਤਾਂ ਸਖੀ ਸਰਵਰੀਏ ਦਾ ਪੁਜਾਰੀ ਹੈ, ਤੂੰ ਅਕਾਲ ਪੁਰਖ ਦਾ ਪੁਜਾਰੀ ਕਿੱਥੇ ਬਣ ਜਾਏਗਾ? ਜੇ ਅਕਾਲ ਪੁਰਖ ਦਾ ਪੁਜਾਰੀ ਬਣਨਾ ਤਾਂ ਸਖੀ ਸਰਵਰੀਏ ਦੇ ਪੁਜਾਰੀ ਵਾਲਾ ਇਹ ਰਾਹ ਛੱਡਣਾ ਪੈਣਾ। ਉਹਨੇ ਆਖਿਆ, ਮਹਾਰਾਜ ਮੈਂ ਹਰ ਰਾਹ ਛੱਡਣ ਨੂੰ ਤਿਆਰ ਹਾਂ, ਮੈਨੂੰ ਅਕਾਲ ਪੁਰਖ ਦਾ ਪੁਜਾਰੀ ਬਣਾ ਦਿਓ, ਮੈਂ ਅਕਾਲ ਪੁਰਖ ਦੀ ਪੂਜਾ ਕਰਨਾ ਚਾਹੁੰਦਾ। ਬੜੀਆਂ ਨੇ ਗੱਲਾਂ, ਪਰ ਗੱਲ ਤੇ ਸਮਝਣ ਦੀ ਹੈ। ਸਾਹਿਬ ਨੇ ਕੀ ਕਿਹਾ? ਮਹਾਰਾਜ ਕਹਿੰਦੇ, ਸਫਲ ਇਹਾ ਹੈ ਕਾਰੀ ਜੀਓ, ਆਹ ਕੰਮ ਤੁਹਾਡਾ ਸਫਲ ਹੋਣਾ ਜੇ। ਆ ਕਿਹੜਾ ਕੰਮ? ਹਰ ਕੀਰਤਨ ਗਾਵੋ ਦਿਨ ਰਾਤੀ। ਮਹਾਰਾਜ ਕਹਿੰਦੇ ਦਿਨ ਰਾਤੀ ਉਹਦੀ ਉਸਤਤ ਕਰੋ, ਉਹਦੇ ਗੁਣ ਗਾਓ, ਉਹਦੀ ਸਿਫਤ ਕਰੋ, ਅਕਾਲ ਪੁਰਖ ਰੱਬ ਜੀ ਦੀ। ਗੁਰੂ ਸਾਹਿਬ ਕਹਿੰਦੇ ਮੇਰੀ ਨਹੀਂ, ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਓ, ਪਰਮੇਸ਼ਵਰ ਦੇ ਗੁਣ ਗਾਓ। ਜਦੋਂ ਤੁਸੀਂ ਦਿਨ ਰਾਤ ਉਹਦੀ ਉਸਤਤ ਵਿੱਚ ਜੁੜ ਜਾਓਗੇ, ਸਫਲ ਇਹਾ ਹੈ ਕਾਰੀ ਜੀਓ, ਇਹ ਕੰਮ ਤੁਹਾਡਾ ਸਫਲ ਹੋ ਜਾਏਗਾ। ਤੇ ਜਦੋਂ ਇਹ ਕੰਮ ਸਫਲ ਹੋ ਗਿਆ, ਜਨਮ ਜਨਮ ਕਾ ਰੋਗ ਗਵਾਇਆ। ਤੁਸੀਂ ਆਪਣੇ ਜਨਮਾਂ ਦੇ ਲੱਗੇ ਹੋਏ ਰੋਗ ਨੂੰ ਗਵਾ ਲਓ, ਭਾਵ ਦੂਰ ਕਰ ਲਓਗੇ। ਤੁਹਾਡੇ ਜਨਮਾਂ ਦਾ ਰੋਗ ਕੱਟਿਆ ਜਾਏਗਾ। ਭਿਆਨਕ ਰੋਗ ਹੈ, ਸਭ ਤੋਂ ਵੱਡਾ ਰੋਗ ਹੈ। ਪਰ ਸਾਨੂੰ ਤੇ ਹਜੇ ਸਰੀਰ ਦੇ ਰੋਗ ਦੀ ਚਿੰਤਾ ਸਤਾ ਰਹੀ ਹੈ। ਮਹਾਰਾਜ ਕਹਿੰਦੇ ਫਿਕਰ ਨਾ ਕਰ, ਜੇ ਨਾਮ ਔਖਦ ਮਿਲ ਗਿਆ ਨਾ, ਉਹਦਾ ਅਸਰ ਤੇਰੇ ਤਨ ਤੇ ਵੀ ਜ਼ਰੂਰ ਹੋਏਗਾ। ਪਰ ਜੇ ਤੂੰ ਬਾਹਰੋਂ ਸਾਰੀਆਂ ਹੀ ਦਵਾਈਆਂ ਖਾ ਲਵੇਂ, ਸਾਰੀਆਂ ਹੀ, ਹੋਮੋਪੈਥਿਕ ਦੀ ਵੀ, ਐਲੋਪੈਥਿਕ ਦੀ ਵੀ, ਆਯੁਰਵੈਦਿਕ ਦੀ ਵੀ, ਜੜੀਆਂ ਬੂਟੀਆਂ ਸਾਰੀਆਂ ਖਾ ਲਵੇਂ, ਤੇ ਉਹਦਾ ਅਸਰ ਤੇਰੇ ਮਨ ਤੇ ਨਹੀਂ ਹੋਣਾ। ਉਹ ਤਨ ਤੇ ਜ਼ਰੂਰ ਹੋਏਗਾ, ਮਨ ਤੇ ਨਹੀਂ ਹੋਣਾ। ਪਰ ਜੇ ਤੂੰ ਸਰਬ ਰੋਗ ਕਾ ਔਖਦ ਨਾਮ ਲੈ ਲਵੇਂ, ਤਾਂ ਇਹਦਾ ਅਸਰ ਤੇਰੇ ਤਨ ਤੇ ਵੀ ਜ਼ਰੂਰ ਹੋਏਗਾ। ਇਹਦਾ ਫਰਕ ਤੇਰੇ ਤਨ ਤੇ ਵੀ ਜ਼ਰੂਰ ਤੈਨੂੰ ਨਜ਼ਰ ਆਏਗਾ। ਪਰ ਇਹ ਦਵਾਈ ਖਾਣ ਦੀ ਜਾਂਚ ਆਉਣੀ ਚਾਹੀਦੀ ਹੈ, ਇਹ ਤਰੀਕਾ ਆਉਣਾ ਚਾਹੀਦਾ ਇਹ ਦਵਾਈ ਲੈਣ ਦਾ। ਮਹਾਰਾਜ ਕਹਿੰਦੇ ਜਿੱਦਣ ਤੈਨੂੰ ਜਨ ਬਣ ਕੇ ਇਹ ਦਵਾਈ ਖਾਣੀ ਆ ਗਈ, ਉਸ ਦਿਨ ਤੇਰੇ ਸਾਰੇ ਰੋਗ ਕੱਟੇ ਜਾਣਗੇ। ਕਈ ਸਰੀਰ ਦਾ ਰੋਗ ਹੋਵੇ ਤੇ ਬੰਦਾ ਕਹਿੰਦਾ ਫਲਾਣੇ ਤੀਰਥ ਤੇ ਇਸ਼ਨਾਨ ਕਰਵਾ ਕੇ ਲਿਆਓ, ਫਲਾਣੇ ਥਾਂ ਤੇ ਚੁੱਭੀ ਜਿਹੜੀ ਆ ਲਵਾ ਕੇ ਲਿਆਓ। ਤੇ ਮਹਾਰਾਜ ਕਹਿੰਦੇ ਜਿੱਥੇ ਤੂੰ ਚੁੱਭੀ ਲਵਾਉਣ ਚੱਲਿਆ ਨਾ, ਠੀਕ ਹੈ, ਚਮੜੀ ਨੂੰ ਫਰਕ ਜ਼ਰੂਰ ਪਏਗਾ, ਕੋਈ ਸ਼ੱਕ ਨਹੀਂ, ਚਮੜੀ ਨੂੰ ਫਰਕ ਪੈ ਜਾਏਗਾ, ਪਰ ਤੇਰੇ ਮਨ ਨੂੰ ਨਹੀਂ ਪੈਣਾ। ਜੇ ਮਨ ਰੋਗੀ ਹੈ ਤੇ ਰੋਗੀ ਹੀ ਰਹਿ ਜਾਣਾ ਹੈ। ਹਾਂ, ਜਿੱਥੇ ਗੁਰੂ ਸਾਹਿਬ ਕਹਿੰਦੇ ਮੈਂ ਕਹਿਣਾ ਉੱਥੇ ਚੁੱਭੀ ਲਵਾ, ਉੱਥੇ ਚੁੱਭੀ ਲਾਉਣ ਨਾਲ ਤੇਰੇ ਮਨ ਤੇ ਤਨ ਦੋਵਾਂ 'ਚ ਫਰਕ ਨਜ਼ਰ ਆਏਗਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਮਨ ਤਨ ਦੋਵਾਂ ਦੀ ਗੱਲ ਮਹਾਰਾਜ ਨੇ ਕੀਤੀ ਹੈ। ਤੇਰਾ ਮਨ ਤੇ ਤਨ ਦੋਵੇਂ ਰੋਗ ਤੋਂ ਰਹਿਤ ਹੋ ਜਾਣਗੇ। ਪਰ ਗੱਲ ਤਾਂ ਭਰੋਸੇ ਦੀ ਹੈ, ਵਿਸ਼ਵਾਸ ਦੀ ਹੈ। ਇਸ ਲਈ ਸਾਹਿਬ ਜੀ ਨੇ ਆਖਿਆ, ਜਿਨ੍ਹਾਂ ਨੇ ਜਨ ਬਣ ਕੇ ਤੇਰਾ ਨਾਮ ਪਾਇਆ, ਉਹਨਾਂ ਨੇ ਜਨਮ ਜਨਮ ਦਾ ਰੋਗ ਗਵਾਇਆ। ਇਸ ਲਈ ਆਓ ਹਰ ਕੀਰਤਨ ਗਾਵੋ, ਤੁਸੀਂ ਵੀ ਕੀਰਤਨ ਕਰੋ, ਉਹਦੀ ਉਸਤਤ ਕਰੋ, ਦਿਨ ਰਾਤ ਚਲਦੇ ਫਿਰਦੇ ਉੱਠਦੇ ਬਹਿੰਦੇ ਉਹਨੂੰ ਧਿਆਓ। ਸਫਲ ਇਹਾ ਹੈ ਕਾਰੀ ਜੀਓ, ਆਹ ਕੰਮ ਕੀਤਾ ਤੁਹਾਡਾ ਸਫਲ ਹੋ ਜਾਵੇਗਾ। ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ, ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ। ਇਕਸ ਵਿਣ ਹੋਰ ਦੂਜਾ ਨਾਹੀ, ਬਾਬਾ ਨਾਨਕ ਇਹ ਮਤ ਸਾਰੀ ਜੀਓ। ਦ੍ਰਿਸ਼ਟ ਧਾਰ, ਦ੍ਰਿਸ਼ਟੀ ਆਪਣੀ ਨਜ਼ਰ,
ਕੀਤੀ ਜਦੋਂ ਆਪਣਾ ਦਾਸ ਸਵਾਰੇ। ਆਪਣੇ ਦਾਸ ਉੱਤੇ ਜਦੋਂ ਮਾਲਕ ਨੇ ਆਪਣੀ ਨਜ਼ਰ ਕੀਤੀ ਤੇ ਉਹਨੂੰ ਅੰਦਰੋਂ ਬਾਹਰੋਂ ਸਵਾਰ ਦਿੱਤਾ। ਆਪਣੇ ਦਾਸ ਨੂੰ, ਇਹਦਾ ਮਤਲਬ ਪਹਿਲਾਂ ਦਾਸ ਬਣਨਾ ਪੈਣਾ ਨਾ। ਜਦੋਂ ਇੱਥੇ ਆ ਕੇ ਅਸੀਂ ਦਾਸ ਦਾ ਮਤਲਬ ਹਉਮੈ ਤੋਂ ਰਹਿਤ, ਹੰਕਾਰ ਤੋਂ ਰਹਿਤ, ਮੈਂ ਮੇਰੀ ਤੋਂ ਰਹਿਤ। ਜਿਹੜਾ ਇੱਥੇ ਦਾਸ ਬਣ ਕੇ ਆਇਆ, ਮਾਲਕ ਨੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਉਹਦੇ ਤੇ ਕਰਕੇ ਉਹਨੂੰ ਸਵਾਰ ਦਿੱਤਾ। ਤੇ ਜਿਹਨੂੰ ਸਵਾਰਿਆ ਉਹਨੇ ਫਿਰ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ। ਉਹਨੇ ਫਿਰ ਜਦੋਂ ਹਰ ਇੱਕ ਦਾ ਹਿਰਦਾ ਵੇਖਿਆ ਤੇ ਉਹਨੂੰ ਆਪਣਾ ਪਾਰ ਬ੍ਰਹਮ ਨਜ਼ਰ ਆਇਆ। ਉਹਨੇ ਫਿਰ ਹਰ ਇੱਕ ਨੂੰ ਨਮਸਕਾਰ ਕੀਤੀ। ਸਰੀਰ ਵੇਖ ਕੇ ਨਹੀਂ, ਅਹੁਦਾ ਵੇਖ ਕੇ ਨਹੀਂ, ਧਨਾੜ ਵੇਖ ਕੇ ਨਹੀਂ, ਉਹਨੇ ਅੰਦਰ ਬੈਠੇ ਹੋਏ ਪਾਰ ਬ੍ਰਹਮ ਪਰਮੇਸ਼ਵਰ ਨੂੰ ਵੇਖ ਕੇ ਹਰ ਇੱਕ ਨੂੰ ਨਮਸਕਾਰ ਕੀਤੀ। ਇਕਸ ਬਿਨ ਹੋਰ ਦੂਜਾ ਨਹੀਂ, ਉਸ ਇੱਕ ਤੋਂ ਬਿਨਾ ਹੋਰ ਦੂਜਾ ਹੈ ਹੀ ਕੋਈ ਨਹੀਂ। ਹੁਣ ਇਹ ਵੀ ਧਿਆਨ ਰੱਖਿਓ, ਸਾਡੇ ਨਾ ਧਰਮਾਂ ਦੇ ਕਲੇਸ਼ ਪਤਾ ਨਹੀਂ ਕਦੋਂ ਮੁੱਕਣੇ ਆ। ਆ ਜਾਤ ਪਾਤ ਦਾ ਝਗੜਾ ਪਤਾ ਨਹੀਂ ਸਾਡਾ ਕਦੋਂ ਮੁੱਕਣਾ ਹੈ। ਆਪਸ ਵਿੱਚ ਧੜੇਬਾਜ਼ੀਆਂ ਸਾਡੀਆਂ ਪਤਾ ਨਹੀਂ ਕਦੋਂ ਮੁੱਕਣੀਆਂ ਨੇ। ਧਰਮਾਂ ਦੇ ਨਾਮ ਤੇ ਕਤਲੇਆਮ ਸਾਡਾ ਪਤਾ ਨਹੀਂ ਕਦੋਂ ਮੁੱਕਣਾ ਹੈ। ਧਰਮਾਂ ਦੇ ਨਾਮ ਤੇ ਬੇਅਦਬੀਆਂ ਕਰਨੀਆਂ ਪਤਾ ਨਹੀਂ ਕਦੋਂ ਰੁਕਣੀਆਂ ਨੇ। ਜੇ ਕਿਤੇ ਸਮਝ ਆ ਜਾਏ ਕਿ ਇੱਕ ਹਿੰਦੂ ਵਿੱਚ ਵੀ ਤੂੰ ਹੈ, ਇੱਕ ਮੁਸਲਮਾਨ ਵਿੱਚ ਵੀ ਤੂੰ ਆਪ ਹੈ, ਬੋਧੀ ਵਿੱਚ ਵੀ ਤੂੰ ਆਪ ਹੈ, ਜੈਨੀ ਵਿੱਚ ਵੀ ਤੂੰ ਆਪ ਹੈ, ਸਿੱਖ ਵਿੱਚ ਵੀ ਤੂੰ ਆ। ਇਹ ਤਾਂ ਬਾਹਰੋਂ ਨਾਮ ਆਪਾਂ ਦੇ ਦਿੱਤੇ ਆ, ਪਰ ਸਭਨਾ ਵਿੱਚ ਬੈਠਾ ਤੇ ਇੱਕ ਹੀ ਹੈ ਨਾ। ਆਪਾਂ ਸਾਰੇ ਹੈ ਤਾਂ ਕੁਦਰਤ ਵਿੱਚ ਹੀ ਪੈਦਾ ਹੋਏ ਆ। ਕੋਈ ਆਸਮਾਨ ਤੋਂ ਥੱਲੇ ਤਾਂ ਨਹੀਂ ਡਿੱਗਾ, ਕੋਈ ਦਰਖਤ ਦੇ ਫਲ ਦੀ ਤਰ੍ਹਾਂ ਕਿਸੇ ਟਾਹਣੀ ਨਾਲੋਂ ਤਾਂ ਨਹੀਂ ਟੁੱਟਿਆ। ਤਾਂ ਹੀ ਤੇ ਆਖਿਆ ਸੀ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਤੂੰ ਕਿਸੇ ਆਸਮਾਨ ਤੋਂ ਆਉਂਦਾ ਜਾਂ ਕਿਸੇ ਦਰਖਤ ਦੇ ਫਲ ਵਾਂਗੂ ਆਉਂਦਾ, ਫਿਰ ਤੇ ਕਹਿੰਦੇ ਵੀ ਬੜਾ ਮਹਾਨ ਹੈ। ਤੇਰਾ ਵੀ ਆਉਣਾ ਉਦਾਂ ਹੀ ਹੈ, ਸਾਡਾ ਵੀ ਆਉਣਾ ਉਦਾਂ ਹੀ ਹੈ। ਤੇਰਾ ਮੇਰਾ ਰੱਬ ਇੱਕੋ ਹੀ ਹੈ। ਤੇ ਫਿਰ ਇਹ ਧਰਮਾਂ ਦੇ ਨਾਮ ਤੇ ਕਤਲ ਕਿਉਂ? ਇਹ ਧਰਮਾਂ ਦੇ ਨਾਮ ਤੇ ਵੰਡੀਆਂ ਨਫ਼ਰਤ ਈਰਖਾ ਕਿਉਂ ਵੱਧਦੀ ਜਾ ਰਹੀ ਹੈ? ਸਤਿਗੁਰੂ ਮਹਾਰਾਜ ਜੀ ਕਹਿੰਦੇ ਆ, ਜਿਹਨੂੰ ਦਾਸ ਨੂੰ ਸਵਾਰਿਆ ਉਹਨੇ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ। ਇਕਸ ਵਿਣ ਹੋਰ ਦੂਜਾ ਨਾਹੀ, ਬਾਬਾ ਨਾਨਕ ਇਹ ਮਤ ਸਾਰੀ ਜੀਓ। ਹੁਣ ਬਾਬਾ ਨਾਨਕ ਇਕੱਠਾ ਨਹੀਂ ਹੈ, ਧਿਆਨ ਰੱਖਿਓ, ਕਿਉਂਕਿ ਇਹ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ ਔਰ ਕੱਕਾ ਮੁਕਤਾ ਹੈ। ਇੱਥੇ ਨਾਨਕ ਗੁਰੂ ਅਰਜਨ ਦੇਵ ਜੀ ਕਹਿ ਰਹੇ ਆ ਬਾਬਾ। ਬਾਬਾ ਸ਼ਬਦ ਹੈ ਹੇ ਭਾਈ, ਹੇ ਮੇਰੇ ਭਰਾਵੋ, ਹੇ ਭਾਈ, ਇਹ ਸਭ ਤੋਂ ਉੱਚੀ ਤੁਹਾਡੀ ਸ੍ਰੇਸ਼ਟ ਮੱਤ ਹੋਏਗੀ। ਤੁਸੀਂ ਸਭ ਤੋਂ ਉੱਤਮ ਮੱਤ ਵਾਲੇ ਹੋ ਜਾਓਗੇ ਜੇ ਤੁਹਾਨੂੰ ਵੀ ਸਮਝ ਆ ਜਾਏ ਇਕਸ ਵਿਣ ਹੋਰ ਦੂਜਾ ਨਹੀਂ। ਇਹ ਸਭ ਤੋਂ ਉੱਤਮ ਮੱਤ ਵਾਲਿਆਂ ਦੀ ਵਿਚਾਰ ਹੈ। ਜਦੋਂ ਤੁਹਾਨੂੰ ਸਮਝ ਆ ਗਈ ਕਿ ਹਰ ਇੱਕ ਦੇ ਅੰਦਰ ਇੱਕੋ ਹੀ ਵਰਤ ਰਿਹਾ ਹੈ, ਹੋਰ ਦੂਜਾ ਕੋਈ ਵੀ ਨਹੀਂ ਹੈ, ਉਹ ਸਭਨਾਂ ਦੇ ਘਟਾਂ ਵਿੱਚ ਹਿਰਦਿਆਂ 'ਚ ਵਸਣ ਵਾਲਾ ਇੱਥੇ ਵੀ ਆਪ ਹੈ, ਉੱਥੇ ਵੀ ਉਹ ਆਪ ਹੀ ਹੈ। ਜੇ ਇੱਕ ਗੱਲ ਸਮਝ ਵਿੱਚ ਆ ਜਾਏ ਤਾਂ ਇਹ ਮੱਤ ਸਾਰੀ ਜੀਓ ਇਹ ਸ੍ਰੇਸ਼ਟ ਮੱਤ ਹੈ, ਇਹ ਉੱਤਮ ਮੱਤ ਹੈ। ਅਸੀਂ ਗੁਰੂ ਸਾਹਿਬ ਦੇ ਦਰ ਤੇ ਇਹ ਉੱਤਮ ਮੱਤ ਲੈਣ ਹੀ ਆਏ ਆ। ਆਪਣੀ ਆਪਣੀ ਮੱਤ ਛੱਡਣ ਲਈ ਮੱਥਾ ਟੇਕਣ ਦੀ ਗੱਲ ਬੜੀ ਵਾਰ ਆਪਾਂ ਕੀਤੀ ਹੈ। ਇਸ ਮੱਥਾ ਟੇਕਣ ਦਾ ਮਤਲਬ ਇਹ ਹੈ, ਇਹ ਰਸਮ ਨਹੀਂ ਹੈ, ਇਹ ਦੇਖੋ ਦੇਖੀ ਵਾਲਾ ਸਿਸਟਮ ਨਹੀਂ ਹੈ। ਮੱਥਾ ਟੇਕਣ ਦਾ ਮਤਲਬ ਮੈਂ ਆਪਣੀ ਮੱਤ ਰੱਖਤੀ ਤੁਹਾਡੇ ਅੱਗੇ, ਤੇ ਜਦੋਂ ਮੈਂ ਪਰਿਕਰਮਾ ਕਰਕੇ ਸੰਗਤ ਮੈਂ ਆਪਣੀ ਮੱਤ ਤਾਂ ਰੱਖਤੀ ਅੱਗੇ, ਫਿਰ ਮੈਂ ਪਰਿਕਰਮਾ ਕਰਕੇ ਜਦੋਂ ਸੰਗਤ 'ਚ ਬੈਠਾ ਤੇ ਤੁਹਾਡੀ ਮੱਤ ਲੈ ਕੇ ਜਾਣੀ ਹੈ। ਮੈਂ ਭਾਂਡਾ ਖਾਲੀ ਨਹੀਂ ਲੈ ਕੇ ਜਾਣਾ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋਰੀ ਰਾਮ। ਮੈਂ ਆਪਣੀ ਮੱਤ ਛੱਡ ਕੇ ਤੁਹਾਡੀ ਮੱਤ, ਤੇ ਜਦੋਂ ਗੁਰੂ ਦੀ ਮੱਤ ਲੈ ਕੇ ਜਾਵਾਂਗੇ ਫਿਰ ਲੜਾਈ ਝਗੜੇ ਮੁੱਕ ਜਾਣਗੇ, ਕਲਾ ਕਲੇਸ਼ ਮੁੱਕ ਜਾਣਗੇ, ਧੜੇਬਾਜ਼ੀਆਂ ਮੁੱਕ ਜਾਣਗੀਆਂ। ਪਰ ਗੁਰੂ ਦੀ ਮੱਤ ਲੈ ਨਹੀਂ ਨਾ ਰਹੇ, ਆ ਤਾਂ ਜ਼ਰੂਰ ਰਹੇ ਆ, ਮੱਤ ਲੈ ਨਹੀਂ ਰਹੇ। ਪਰ ਜਿਹੜੇ ਜਿਹੜੇ ਗੁਰੂ ਦੀ ਮੱਤ ਨਾਲ ਚੱਲਦੇ ਆ
ਮੁਬਾਰਕ ਹੈ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੈ। ਜਿਹੜੇ ਗੁਰੂ ਦੀ ਮੱਤ ਅਨੁਸਾਰ ਚੱਲਦੇ ਆ ਉਹਨਾਂ ਦੇ ਚਰਨਾਂ ਦੀ ਧੂੜੀ ਸੰਗਤ ਮਿਲ ਜਾਏ ਤਾਂ ਕਿ ਉਹਨਾਂ ਦੀ ਰੰਗਤ ਨਾਲ ਸਾਨੂੰ ਵੀ ਗੁਰੂ ਦੀ ਮੱਤ ਲੈਣ ਦੀ ਜਾਚ ਆ ਜਾਏ। ਗੁਰੂ ਸਾਹਿਬ ਜੀ ਨੇ ਅੱਜ ਬੜੀ ਕਿਰਪਾ ਇਸ ਸ਼ਬਦ ਰਾਹੀਂ ਕੀਤੀ ਹੈ। ਕਿਤੇ ਸਾਨੂੰ ਵੀ ਬਾਣੀ ਦਾ ਪਾਠ ਕਰਦੇ ਆ, ਨਿਤਨੇਮ ਕਰਦੇ ਆ, ਸਿਮਰਨ ਕਰਦੇ ਆ, ਇਹ ਅੰਦਰ ਚੇਤਾ ਆ ਜਾਏ ਕਿ ਵਾਹਿਗੁਰੂ ਤੂੰ ਹਰ ਥਾਂ ਤੇ ਸਾਡਾ ਰਖਵਾਲਾ ਹੈ। ਲੋਕ ਵਿੱਚ ਵੀ ਤੂੰ ਆਪ ਤੇ ਪਰਲੋਕ ਵਿੱਚ ਵੀ ਤੂੰ ਆਪ ਵਰਤ ਰਿਹਾ। ਸਾਡੇ ਕੋਲ ਬਾਣੀ ਹੈ, ਨਾਮ ਹੈ, ਪਰ ਉਹ ਅਵਸਥਾ ਵਿੱਚ ਨਹੀਂ ਹੈ ਜਿੱਥੇ ਅਸੀਂ ਦਿਨ ਰਾਤ ਗੁਣ ਗਾ ਸਕੀਏ। ਉਹ ਅਵਸਥਾ ਵਿੱਚ ਸਾਡੇ ਤੇ ਕਿਰਪਾ ਕਰ ਦਿਓ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਰਲ ਕੇ ਬੇਨਤੀਆਂ ਕਰੀਏ, ਹੋਰਾਂ ਨੂੰ ਵੀ ਪ੍ਰੇਰ ਕੇ ਗੁਰੂ ਚਰਨਾਂ ਨਾਲ ਜੋੜੀਏ, ਆਪ ਵੀ ਬਾਣੀ ਦੇ ਰੰਗ ਵਿੱਚ ਰੰਗੇ ਜਾਈਏ, ਹੋਰਾਂ ਨੂੰ ਵੀ ਬਾਣੇ ਤੇ ਬਾਣੇ ਦੇ ਰੰਗ ਵਿੱਚ ਰੰਗੀਏ ਤਾਂ ਕਿ ਰਲ ਮਿਲ ਕੇ ਪਰਮੇਸ਼ਵਰ ਦੇ ਗੁਣ ਗਾਉਂਦਿਆਂ ਮਹਿਸੂਸ ਕਰਦਿਆਂ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਾਡਾ ਤੁਹਾਡਾ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ, ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ। ਇਕਸ ਵਿਣ ਹੋਰ ਦੂਜਾ ਨਾਹੀ, ਬਾਬਾ ਨਾਨਕ ਇਹ ਮਤ ਸਾਰੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।